ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਬੜ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਹਰਿ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰਿ ਪ੍ਰਭ ਦੱਸੋ ਮੈਂ ਭੁਖ ਲਗਾਈ। ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਪੀਜੈ ਜੀਉ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਮਿਲ ਸਤ ਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਭਾਣੀ। ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ। ਗੁਰਮਤਿ ਨਾਮ ਮੀਠਾ ਮਨ ਪਾਇਆ, ਜਨ ਨਾਨਕ ਨਾਮ ਮਨ ਪੀਜੈ ਜੀਉ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਬਿਨ ਸੰਗਤ ਮੈਲ ਪਰੀਜੈ ਜੀਉ। ब्रह्मंडस हैं खल खंडस हैं, परते पर हैं करुणाकर हैं। अजपा जप हैं अथपा थप हैं, अकृता कृत हैं अमृता अमृत हैं। अमृता अमृत हैं करुणाकृत हैं, अकृता कृत हैं धरणी तृत हैं। अमृतेश्वर हैं परमेश्वर हैं, अकृता कृत हैं अमृता अमृत हैं। अजबा अजबा कृत हैं अमृतामृत हैं। नर नायक हैं खल कायक हैं, विशुंबर हैं करुणालय हैं। नृप नायक हैं सर्वपायक हैं,
ਭਵ ਖੰਡਨ ਹੈ ਅਰ ਗੰਜਨ ਹੈ, ਰਿਪ ਤਾਪਨ ਹੈ ਜਪ ਜਾਪਨ ਹੈ। ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ, ਕਰਤਾ ਕਰ ਹੈ ਹਰਤਾ ਹਰ ਹੈ। ਪਰਮਾਤਮ ਹੈ ਸਰਵਾਤਮ ਹੈ, ਆਤਮ ਵਸ ਹੈ ਜਸ ਕੇ ਜਸ ਹੈ। ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਇੰਦਰ ਇੰਦਰੇ, ਨਮੋ ਰਾਜ ਰਾਜੇ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ। ਨਮੋ ਰਾਜਸ ਤਾਮਸ ਸਾਤ ਰੂਪੇ, ਨਮੋ ਪਰਮ ਤਤੰ ਅਤਤੰ ਸਰੂਪੇ। ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ। ਨਮੋ ਧਿਆਨ ਧਿਆਨੇ, ਨਮੋ ਜੁਧ ਜੁਧੇ, ਨਮੋ ਗਿਆਨ ਗਿਆਨੇ। ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਾ ਕਰਤਾ, ਨਮੋ ਸ਼ਾਂਤ ਰੂਪੇ। ਨਮੋ ਇੰਦਰ ਇੰਦਰੇ, ਅਨਾਦੰ ਵਿਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ। ਨਮੋ ਆਸ ਆਸੇ, ਨਮੋ ਬਾਂਕ ਬੰਕੇ। ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ। ਏਕ ਅਛਰੀ ਛੰਦ, ਅਜੈ ਅਲੈ, ਅਭੈ ਅਭੈ, ਅਭੂ ਅਜੂ, ਅਨਾਸ ਆਕਾਸ। ਅਗੰਜ ਅਪੰਜ, ਅਲਖ ਅਪਖ, ਅਕਾਲ ਦਿਆਲ, ਅਲੇਖ ਅਭੇਖ। ਅਨਾਮ ਅਕਾਮ, ਅਗਾਹ ਅਢਾ, ਅਨਾਥੇ ਪ੍ਰਮਾਥੇ, ਅਜੋਨੀ ਅਮੋਨੀ। ਨ ਰਾਗੇ ਨ ਰੰਗੇ, ਨ ਰੂਪੇ ਨ ਰੇਖੇ, ਅਕਰਮੰ ਅਪਰਮੰ, ਅਗੰਜੇ ਅਲੇਖੇ। ਭੁਜੰਗ ਪ੍ਰਿਆਤ ਛੰਦ, ਨਮਸਤੁਲ ਪ੍ਰਣਾਮੇ, ਨਮਸਤੁਲ ਪ੍ਰਣਾਸੇ, ਅਗੰਜੁਲ ਅਨਾਮੇ, ਸਮਸਤੁਲ ਨਿਵਾਸੇ। ਨਿਰਕਾਮੰ ਵਿਭੂਤੇ, ਸਮਸਤੁਲ ਸਰੂਪੇ, ਕੁਕਰਮੰ ਪ੍ਰਣਾਸੀ, ਸੁਧਰਮੰ ਵਿਭੂਤੇ। ਸਦਾ ਸਚਦਾਨੰਦ ਸਤਰੰ ਪ੍ਰਣਾਸੀ, ਕਰੀਮੁਲ ਕੁਨਿੰਦਾ, ਸਮਸਤੁਲ ਨਿਵਾਸੀ। ਅਜਾਇਬ ਵਿਭੂਤੇ, ਗਜਾਇਬ ਗਨੀਮੇ, ਹਰਿਯੰ ਕਰਿਯੰ, ਕਰੀਮੁਲ ਰਹੀਮੇ। ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸਵੰਭੰ ਸੁਭੰ, ਸਰਬਦਾ ਸਰਬ ਜੁਗਤੇ। ਦੁਕਾਲੰ ਪ੍ਰਣਾਸੀ, ਦਿਆਲੰ ਸਰੂਪੇ, ਸਦਾ ਅੰਗ ਸੰਗੇ, ਅਪੰਗੰ ਵਿਭੂਤੇ। ਦੁਕਾਲੰ ਪ੍ਰਣਾਸੀ, ਦਿਆਲੰ ਸਰੂਪੇ, ਸਦਾ ਅੰਗ ਸੰਗੇ, ਅਪੰਗੰ ਵਿਭੂਤੇ। ਸਤਿਗੁਰਾਂ ਦੇ ਪਾਵਨ ਚਰਨਾਂ 'ਚ ਸਜੀ ਹੋਈ ਸੀਸ ਬਖਸ਼ੀ ਦੀ ਦਾਤੀ ਸਾਧ ਸੰਗਤ ਜੀਓ, ਆਪਣੀ ਹਕੀਰ ਤੁੱਛ ਬੁੱਧੀ ਦੁਆਰਾ ਧੰਨ ਧੰਨ ਦਸ਼ਮੇਸ਼ ਜੀ, ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੁਆਰਾ ਇਹ ਰਚੀ ਹੋਈ ਬਾਣੀ ਜਾਪ ਸਾਹਿਬ ਦੀ ਵਿਚਾਰ ਆਪ ਜੀ ਨਾਲ ਹਾਜ਼ਰ ਹੈ। ਅੱਜ ਸਮਾਪਤੀ ਵੱਲ ਵੱਧ ਰਹੇ ਵਿਚਾਰ ਦੀ ਵੱਲ। ਪਾਤਸ਼ਾਹ ਫਰਮਾਉਂਦੇ ਹੈ, ਉਸ ਤੋਂ ਪਹਿਲਾਂ ਸਾਰੀ ਸੰਗਤ ਨੂੰ, ਗੁਰਬਾਣੀ ਵਿਚਾਰ ਗਰੁੱਪ ਦੇ ਗੁਰਮੁਖ ਜਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਣਾਮ ਹੈ ਆਪ ਦੇ ਚਰਨਾਂ 'ਚ। ਬ੍ਰਹਮੰਡਸ ਹੈ ਖਲ ਖੰਡਸ, ਸਾਰੇ ਬ੍ਰਹਿਮੰਡ ਵਿੱਚ, ਯੂਨੀਵਰਸ ਵਿੱਚ ਵੀ ਤੂੰ ਹੀ ਹੈ। ਸਾਧ ਸੰਗਤ ਜੀ, ਉਹ ਬ੍ਰਹਿਮੰਡ ਦਾ ਅਤੇ ਸੰਸਾਰ ਦਾ ਅੰਤਰ ਹੈ। ਸੰਸਾਰ ਆ ਜਿਹੜਾ ਆਪਾਂ ਨੂੰ ਦਿਖਦਾ, ਬ੍ਰਹਿਮੰਡ ਜਿਹੜਾ ਅਣਦਿਸਦਾ, ਉਹ ਵੀ ਦੂਰ ਦੂਰ ਤੱਕ ਜਿੰਨੇ ਤਾਰੇ ਸਿਆਰੇ, ਸਾਰਾ ਉਹ ਬ੍ਰਹਿਮੰਡ 'ਚ ਆ ਜਾਂਦਾ, ਜਿਹਨੂੰ ਆਪਾਂ ਜਹਾਨ ਕਹਿੰਦੇ। ਤਿੰਨੇ ਜਹਾਨਾਂ 'ਚ ਉਸਤਤੀ ਹੁੰਦੀ ਹੈ ਸੰਤਾਂ ਦੀ। ਇੱਕ ਸੰਸਾਰ ਦੀ ਗੱਲ ਨੂੰ ਛੱਡੋ, ਤੋ ਜਿਹੜਾ ਜਗਤ ਹੈ ਉਹ ਬਹੁਤ ਵਿਸ਼ਾਲ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਹਾਨ ਦੇ ਵਿੱਚ ਪਸ਼ੂ ਪੰਛੀ ਵੀ ਆ ਜਾਂਦੇ, ਸਾਰੇ ਸਭ ਉਹਦੀ ਉਸਤਤੀ ਕਰਦੇ ਹੁੰਦੇ। ਖਲ ਖੰਡਸ ਹੈ, ਖਲਾਂ ਨੂੰ ਵਿਲਨ ਹੈ ਜਿਹੜੇ, ਉਹਨਾਂ ਨੂੰ ਮਾਰਦਾ ਵੀ ਹੈ, ਉਹਨਾਂ ਦਾ ਖੰਡਨ ਵੀ ਕਰਦਾ ਹੈ, ਉਹਨਾਂ ਨੂੰ ਖੰਡਦਾ ਵੀ ਹੈ, ਜਿਹੜੇ ਬੁਰਾ ਕਰਮ ਕਰਨ ਵਾਲੇ ਰਾਖਸ਼ ਹੈ। ਪਾਤੇ ਪਰ ਹੈ, ਦੂਰ ਤੇ ਦੂਰ ਹੈ, ਕਰੁਣਾਕਰ ਹੈ, ਕਰਣਾ ਦਾ ਘਰ ਵੀ ਹੈ। ਅਜੱਪਾ ਜਪ ਹੈ, ਅਥੱਪਾ ਥੱਪ ਹੈ। ਨਾ ਜਪਣ ਵਾਲਾ ਜਪਾ ਜਪ, ਬਿਨਾਂ ਜਪੇ ਤੋਂ ਜਿਹੜਾ ਅੰਦਰ ਹੁੰਦਾ, ਜਿਹੜਾ ਆਤਮਾ ਦੇ ਵਿੱਚ ਹੁੰਦਾ, ਹਿਰਦੇ ਦੇ ਵਿੱਚ ਹੁੰਦਾ, ਉਹ ਜਪ ਹੈ, ਅਥੱਪਾ ਥੱਪ ਹੈ। ਤੈਨੂੰ ਕੋਈ ਥਾਪ ਨਹੀਂ ਸਕਦਾ। ਅਕ੍ਰਿਤਾ ਕ੍ਰਿਤ ਹੈ,
ਤੈਨੂੰ ਕੋਈ ਬਣਾ ਨਹੀਂ ਸਕਦਾ। ਅਕ੍ਰਿਤ ਹੈ ਤੂੰ, ਆਪਣੀ ਕਿਰਤ ਆਪ ਹੈ। ਅੰਮ੍ਰਿਤਾ ਅੰਮ੍ਰਿਤ ਹੈ, ਤੂੰ ਹਮੇਸ਼ਾ ਵਾਸਤੇ ਇਮੋਰਟਲ ਹੈ, ਮੌਤ ਰਹਿਤ ਹੈ। ਅੰਮ੍ਰਿਤਾ ਅੰਮ੍ਰਿਤ ਹੈ, ਤੈਨੂੰ ਕਦੇ ਮੌਤ ਨਹੀਂ ਆਉਂਦੀ, ਤੂੰ ਸਦਾ ਤੋਂ ਹੈ, ਤੂੰ ਇਸ ਤਰ੍ਹਾਂ ਹੀ ਰਹੇਗਾ। ਕਰਣਾਕ੍ਰਿਤ ਹੈ, ਕਰਣਾਕ੍ਰਿਤ ਹੈ, ਤੂੰ ਕਰਨ ਵਾਲਾ ਵੀ ਤੂੰ ਹੀ ਹੈ, ਕਾਰਨ ਵੀ ਤੂੰ ਹੀ ਹੈ। ਅਕ੍ਰਿਤਾਕ੍ਰਿਤ ਹੈ, ਤੇਰੀ ਕੋਈ ਕ੍ਰਿਤ ਹੈ ਜਿਹੜੀ ਉਹਨੂੰ ਕੋਈ ਕਰ ਨਹੀਂ ਸਕਦਾ, ਤੂੰ ਆਪਣੇ ਆਪ ਤੋਂ ਹੈ। ਧਰਣੀ ਧਰਿਤ ਹੈ, ਧਰਤੀ ਦਾ ਆਸਰਾ ਹੈ। ਅੰਮ੍ਰਿਤੇਸ਼ਵਰ ਹੈ ਪਰਮੇਸ਼ਵਰ, ਅੰਮ੍ਰਿਤ ਵਰਗਾ ਹੈ, ਮਿੱਠਾ ਹੈ ਔਰ ਪਰਮੇਸ਼ਰ ਹੈ, ਸਾਰਿਆਂ ਦਾ ਪਰਮੇਸ਼ਵਰ ਹੈ। ਅਕ੍ਰਿਤਾਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ। ਅਜਬਾਕ੍ਰਿਤ ਹੈ, ਅਜੀਬ ਕ੍ਰਿਤ ਹੈ ਤੂੰ, ਤੈਨੂੰ ਸਮਝਣਾ ਬਹੁਤ ਮੁਸ਼ਕਲ ਹੈ, ਤੂੰ ਬੁੱਧੀ ਤੋਂ ਬਾਹਰ ਹੈ, ਡਾਇਕੋਟਮੀ ਤੋਂ ਬਾਹਰ ਹੈ। ਅੰਮ੍ਰਿਤਾ ਅੰਮ੍ਰਿਤ ਹੈ, ਨਰ ਨਾਇਕ ਹੈ, ਸਭ ਨਰਾਂ ਦਾ ਤੂੰ ਨਾਇਕ ਵੀ ਹੈ, ਹੀਰੋ ਹੈ। ਖਲ ਘਾਇਕ ਹੈ, ਖਲਾਂ ਦਾ, ਵਿਲਨਾਂ ਦਾ, ਬੁਰੇ ਕਰਮ ਕਰਨ ਵਾਲਿਆਂ ਦਾ ਘਾਇਕ ਵੀ ਹੈ, ਉਹਨਾਂ ਨੂੰ ਮਾਰਦਾ ਹੈ। ਵਿਸੁੰਬਰ ਹੈ, ਭਰਦਾ ਹੈ ਸਾਰੇ ਸੰਸਾਰ ਦਾ ਪਾਲਣ ਪੋਸ਼ਣ ਕਰਦਾ ਹੈ, ਪਦਾਰਥ ਭਰਦਾ ਇਹਦੇ ਵਿੱਚ। ਕਰੁਣਾਲਿਆ ਹੈ, ਕਰੁਣਾ ਦਾ ਘਰ ਹੈ, ਕਰੁਣਾ ਹੁੰਦੀ ਹੈ ਦਇਆ। ਨਰਿਪ ਨਾਇਕ ਹੈ, ਰਾਜਿਆਂ ਦਾ ਵੀ ਰਾਜਾ ਹੈ, ਸਰਬ ਪਾਇਕ ਹੈ, ਸਭ ਦਾ ਪ੍ਰੋਟੈਕਟਰ ਵੀ ਤੂੰ ਹੀ ਹੈ, ਸਭ ਨੂੰ ਤੂੰ ਆਸਰਾ ਦਿੰਦਾ, ਪਾਲਦਾ ਹੈ, ਰਾਖੀ ਕਰਦਾ ਹੈ। ਭਵ ਭੰਜਨ ਹੈ ਔਰ ਗੰਜਨ ਹੈ, ਡਰ ਨੂੰ ਦੂਰ ਕਰਨ ਵਾਲਾ ਹੈ, ਬੈਰੀਆਂ ਨੂੰ ਮਾਰਨ ਵਾਲਾ ਹੈ, ਬੈਰੀਆਂ ਦਾ ਗੰਜ ਕਰਦਾ ਹੈ। ਰਿਪ ਤਾਪਨ ਹੈ, ਜਿਹੜੇ ਦੁਸ਼ਮਣ ਬੈਰੀ ਹੈ ਉਹਨਾਂ ਨੂੰ ਤਪਾਉਂਦਾ ਵੀ ਤੂੰ ਹੀ ਹੈ। ਜਪ ਜਾਪਨ ਹੈ, ਜਿਹੜਾ ਤੇਰਾ ਜਪ ਕਰਦੇ ਹੈ ਉਹ ਵੀ ਤੂੰ ਹੀ ਹੈ, ਤੂੰ ਹੀ ਕਰਾ ਰਿਹਾ। ਇਹ ਵੀ ਕਿਹਾ ਜਾਂਦਾ ਸਾਧ ਸੰਗਤ ਜੀਓ ਵੀ ਜਦੋਂ ਕੋਈ ਬੰਦਾ ਸਿਮਰਨ ਕਰਦਾ ਹੈ ਤਾਂ ਪਰਮਾਤਮਾ ਉਹਦੇ ਅੰਦਰ ਆਪ ਬੈਠ ਕੇ ਕਰਾਉਂਦਾ, ਬਲਕਿ ਆਪ ਕਰ ਰਿਹਾ ਹੁੰਦਾ ਪਰਮਾਤਮਾ। ਇਹ ਹੈ ਗੱਲ ਹੋਣੀ ਲੱਗਦੀ, ਪਰ ਇਹ ਗੱਲ ਠੀਕ ਹੈ ਬਿਲਕੁਲ। ਬਿਨਾਂ ਉਹਦੀ ਰਜ਼ਾ ਤੋਂ ਕੋਈ ਵੀ ਬੰਦਾ ਜਾਪ ਨਹੀਂ ਕਰ ਸਕਦਾ, ਉਹਦੇ ਹੁਕਮ ਬਿਨਾਂ, ਉਹਦੀ ਰਹਿਮਤ ਬਿਨਾਂ ਸਿਮਰਨ ਨਹੀਂ ਕਰ ਸਕਦਾ ਕੋਈ। ਜਪ ਤਾਂ ਭਾਵੇਂ ਕਰ ਲਵੇ ਪਰ ਸਿਮਰਨ ਨਹੀਂ ਕਰ ਸਕਦਾ। ਹਾਲਾਂਕਿ ਇਹ ਇੱਕੋ ਸੈਂਸ ਵਿੱਚ ਵੀ ਆਏ ਹੋਏ ਆ ਗੁਰਬਾਣੀ 'ਚ, ਜਪ ਔਰ ਸਿਮਰਨ ਸਾਰੇ ਇਹ ਮਤਲਬ ਭੇਦਾ ਭੇਦ। ਅਕਲੰਕ੍ਰਿਤ ਹੈ, ਤੂੰ ਬਲੈਮਿਸ਼ਿਸ ਤੋਂ ਦੂਰ ਹੈ, ਸਿਆਣਾ ਹੈ। ਸਰਵਾਕ੍ਰਿਤ ਹੈ, ਸਾਰੀ ਕਿਰਤ ਵੀ ਤੇਰੀ ਹੈ। ਕਰਤਾ ਕਰ ਹੈ, ਕਰਨ ਵਾਲਾ ਵੀ ਤੂੰ ਹੀ ਹੈ, ਹਰਤਾ ਹਰ ਹੈ, ਸਭ ਨੂੰ ਮਾਰਨ ਵਾਲਾ ਵੀ ਤੂੰ ਹੀ ਹੈ। ਪਰਮਾਤਮ ਹੈ, ਸਰਵਾਤਮ ਹੈ, ਸਭ ਦੇ ਅੰਦਰ ਤੂੰ ਹੀ ਹੈ। ਆਤਮ ਵਸ ਹੈ, ਤੂੰ ਆਪਣੇ ਆਤਮਾ ਦਾ ਕੰਟਰੋਲ ਆਪ ਕਰਨਾ ਹੈ, ਤੈਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ, ਤੂੰ ਸਭ ਤੋਂ ਸੁਪਰੀਮ ਹੈ। ਆਤਮਾ ਤੈਨੂੰ ਪਾ ਸਕਦੀ ਹੈ, ਪਰ ਆਤਮਾ ਨੂੰ ਕਰਨ ਵਾਲਾ ਵੀ ਤੂੰ ਹੀ, ਤੇਰਾ ਹੀ ਹਿੱਸਾ ਹੈ ਆਤਮਾ। ਜਸ ਕੇ ਜਸ ਹੈ, ਜਸਾਂ ਦਾ ਵੀ ਜਸ ਤੂੰ ਹੈ। ਭੁਜੰਗ ਪ੍ਰਿਆਤ ਛੰਦ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮਸਕਾਰ ਹੈ ਤੈਨੂੰ ਸੂਰਜਾਂ ਦੇ ਸੂਰਜ, ਉਹ ਚੰਦਰਿਆਂ ਦੇ ਚੰਦਰਮਾ ਦੇ ਚੰਦਰਮੇ, ਤੈਨੂੰ ਬਾਰ ਬਾਰ ਨਮਸਕਾਰ ਹੈ। ਨਮੋ ਰਾਜ ਰਾਜੇ, ਨਮੋ ਇੰਦਰ, ਮੇਰੇ ਰਾਜਿਆਂ ਦਾ ਵੀ ਤੂੰ ਰਾਜਾ ਹੈ, ਤੂੰ ਇੰਦਰਾਂ ਦਾ ਵੀ ਇੰਦਰ ਹੈ। ਲੋਕ ਇੰਦਰ ਨੂੰ ਬੜਾ ਕਰਦੇ ਹੈ, ਇੱਕ ਰਾਜੇ ਨੂੰ ਬੜਾ ਕਰਦੇ ਹੈ, ਗੁਰੂ ਸਾਹਿਬ ਉਹਨੂੰ ਬੜਾ ਕਰਦੇ ਜਿਹੜਾ ਰਾਜਿਆਂ ਦਾ ਵੀ, ਇੰਦਰਾਂ ਦਾ ਵੀ ਇੰਦਰ ਹੈ, ਰਾਜਿਆਂ ਦਾ ਵੀ ਰਾਜਾ, ਉਹਨੂੰ ਨਮਸਕਾਰ ਹੈ। ਨਮੋ ਅੰਧਕਾਰੇ, ਨਮੋ ਤੇਜ ਤੇਜ, ਮੈਨੂੰ ਨਮਸਕਾਰ ਹੈ। ਸਾਰੀ ਦੁਨੀਆ ਦਾ ਅੰਧਕਾਰ ਵੀ ਤੂੰ ਹੀ ਹੈ ਔਰ ਸਾਰੀ ਦੁਨੀਆ ਦਾ ਤੇਜ ਵੀ ਤੂੰ ਹੀ। ਦੇਖੋ ਸਾਧ ਸੰਗਤ ਜੀ, ਇਹ ਡਾਇਕੋਟਮੀ ਹੁੰਦੀ ਹੈ, ਦੋ ਜਿਵੇਂ ਦੁੱਖ ਸੁੱਖ, ਮਾਣ ਅਪਮਾਨ, ਅਰਧ ਉਰਧ, ਜੀਵਨ ਮ੍ਰਿਤਿੂ, ਚੰਗਾ ਬੁਰਾ, ਦੁੱਖ ਸੁੱਖ, ਪੁੰਨ ਪਾਪ, ਇਹ ਡੁਐਲਿਟੀ ਕਹਾਉਂਦੀ ਹੈ, ਯਾਨੀ ਡਾਇਕੋਟਮੀ ਹੈ। ਡਾਇਕੋਟਮੀ ਡੁਐਲਿਟੀ ਦਾ ਹਿੱਸਾ ਹੈ, ਦੁਆਇਤ ਦਾ। ਜਿੰਨਾ ਚਿਰ ਇਹ ਅੰਦਰ ਬੈਠੀ ਹੈ ਉਨਾ ਚਿਰ ਰੱਬ ਦੇ ਨੇੜੇ ਨਹੀਂ ਬੰਦਾ ਜਾ ਸਕਦਾ। ਹੈ ਇਹ ਉਹਦੇ ਹੁਕਮ ਵਿੱਚ ਹੈ, ਲੇਕਿਨ ਭਾਣੇ 'ਚ ਨਹੀਂ ਹੈ। ਭਾਣਾ ਅਸੀਂ ਆਪਣਾ ਕਰਦੇ। ਡੁਐਲਿਟੀ ਦੇ ਵਿੱਚ ਜਿਹੜੀ ਡਾਇਕੋਟਮੀ ਹੈ, ਇਹ ਸਾਡਾ ਭਾਣਾ ਹੈ। ਹੁਕਮ ਬੇਸ਼ੱਕ ਪਰਮਾਤਮਾ ਦਾ ਹੈ, ਪਰ ਭਾਣਾ ਸਾਡਾ ਆਪਣਾ। ਦੇਖੋ ਕਬਰਾਂ ਨੂੰ ਪੂਜਣਾ, ਜਠੇਰਿਆਂ ਦੀ ਪੂਜਾ ਔਰ ਚੰਦ ਨੂੰ ਅਰਗ ਦੇਣਾ, ਗੁੱਗਾ ਔਰ ਸੀਤਲਾ ਮਾਤਾ
ਸਮਾਧਾਂ ਦੀ ਪੂਜਾ, ਇਹ ਸਭ ਡਾਇਕੋਟਮੀ ਔਰ ਡੁਐਲਿਟੀ ਚੋਂ ਨਿਕਲਦੀਆਂ ਗੱਲਾਂ। ਜਿੰਨਾ ਚਿਰ ਡੁਐਲਿਟੀ ਅੰਦਰ ਹੈ, ਡਾਇਕੋਟਮੀ ਰਹਿੰਦੀ ਹੈ। ਡਾਇਕੋਟਮੀ ਦੋ ਦੋ ਦਾ ਜੋੜਾ, ਦੁੱਖ ਸੁੱਖ ਔਰ ਪਾਪ ਪੁੰਨ ਵਗੈਰਾ। ਤਾਂ ਇਹ ਸਾਰਾ ਕੁਝ ਡੁਐਲਿਟੀ ਵਿੱਚ ਹੈ, ਇਹ ਅੰਧਕਾਰ ਹੈ। ਇਹ ਜਿਹੜੀ ਡਾਇਕੋਟਮੀ ਹੈ, ਇਹ ਅੰਧਕਾਰ ਹੈ, ਇਹਦੇ ਵਿੱਚ ਵੀ ਤੂੰ ਹੀ ਹੈ। ਔਰ ਜਿਹੜਾ ਤੇਜ ਹੈ, ਜਿਹੜਾ ਇੱਕ ਵਨਨੈਸ ਹੈ, ਇੱਕ ਦੇ ਨਾਲ ਜੁੜਨਾ, ਜਿਹੜਾ ਉਹ ਵਨਨੈਸ ਜਿਹਨੂੰ ਆਪਾਂ ਡਿਵਾਇਨਿਟੀ ਕਹਿੰਦੇ ਹਾਂ, ਉਹਦੇ ਵਿੱਚ ਵੀ ਤੂੰ ਹੀ ਹੈ। ਦੋਹਾਂ ਪਾਸੇ ਤੂੰ ਹੀ ਹੈ, ਤੇਰੀ ਰਚਨਾ ਹੈ। ਤੈਂ ਇਹ ਡੁਐਲਿਟੀ ਸਾਜੀ ਹੋਈ ਹੈ, ਡਾਇਕੋਟਮੀ ਵੀ ਤਹੀਂ ਪਾਈ ਹੈ ਡੁਐਲਿਟੀ 'ਚ। ਇਹ ਤੋਂ ਬਾਹਰ ਵੀ ਤੂੰ ਹੀ ਕੱਢਦਾ ਆਪਣੇ ਭਾਣੇ 'ਚ। ਹੁਕਮ ਤੇਰਾ ਵਰਤਦਾ ਹੈ, ਪਰ ਭਾਣਾ ਵੀ ਤੇਰਾ ਹੀ ਹੈ। ਜਿਹੜਾ ਅਸੀਂ ਆਪਣਾ ਭਾਣਾ ਕਰਦੇ ਹਾਂ, ਉਹ ਗੁਰੂ ਨੂੰ ਔਰ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਗੁਰੂ ਰੋਕਦਾ ਸਮਾਧਾਂ ਦੀ ਪੂਜਾ ਤੋਂ, ਗੁਰੂ ਰੋਕਦਾ ਇਸ ਅੰਧਕਾਰ 'ਚੋਂ ਨਿਕਲਣ ਤੋਂ, ਪਰ ਅਸੀਂ ਫੇਰ ਫਸੇ ਹੋਏ ਹਾਂ ਔਰ ਫਸਦੇ ਜਾ ਰਹੇ ਹੋਰ ਵੀ। ਇਸ ਅਸੀਂ ਆਪਣਾ ਭਾਣਾ ਕਰ ਰਹੇ ਹਾਂ, ਹੁਕਮ ਨਹੀਂ ਹੈ ਰੱਬ ਦਾ ਔਰ ਗੁਰੂ ਦਾ। ਗੁਰੂ ਰੋਕਦਾ ਚੋਰੀ ਤੋਂ, ਅਗਰ ਫਿਰ ਵੀ ਅਸੀਂ ਕਰਦੇ ਹਾਂ ਤਾਂ ਅਸੀਂ ਆਪਣਾ ਭਾਣਾ ਕਰਦੇ ਹਾਂ। ਆਪਣ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਪਣਾ ਭਾਣਾ ਚੰਗਾ ਨਹੀਂ ਹੈ। ਗੁਰੂ ਦਾ ਭਾਣਾ ਔਰ ਪਰਮਾਤਮਾ ਦਾ ਭਾਣਾ ਇੱਕ ਹੁੰਦਾ। ਜਿਹੜੀ ਚੀਜ਼ ਗੁਰੂ ਨੂੰ ਚੰਗੀ ਲੱਗਦੀ ਹੈ, ਉਹੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਜਿਹੜੀ ਸਾਨੂੰ ਚੰਗੀ ਲੱਗਦੀ ਹੈ, ਉਹ ਆਪਣਾ ਭਾਣਾ, ਭਾਵੇਂ ਕਿ ਹੁਕਮ ਉਹਦਾ ਹੀ ਹੈ, ਸਭ ਜਗ੍ਹਾ ਉਹਦਾ ਹੁਕਮ ਚੱਲਦਾ। ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ। ਸਾਰੀ ਸ੍ਰਿਸ਼ਟੀ ਦਾ ਜਿਹੜਾ ਬੀਜ ਹੈ, ਉਹ ਵੀ ਤੂੰ ਹੀ ਹੈ, ਅਤੇ ਇੱਥੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਨਮੋ ਰਾਜਸ ਤਾਮਸ ਸਾਂਤ ਰੂਪ। ਤਿੰਨੇ ਮਾਇਆ ਦੇ ਗੁਣਾਂ ਵਿੱਚ ਵੀ ਤੂੰ ਹੀ ਹੈ, ਤੈਨੂੰ ਨਮਸਕਾਰ ਹੈ। ਤੂੰ ਹੀ ਸ਼ਾਂਤ ਰੂਪ ਹੈ। ਨਮੋ ਪਰਮ ਤੱਤੰ ਅਤੱਤੰ ਸਰੂਪ। ਪਰਮ ਤੱਤ ਵੀ ਤੂੰ ਹੀ ਹੈ, ਤੋ ਐਲੀਮੈਂਟਲੈਸ ਯਾਨੀ ਅਤੱਤ, ਨਾ ਤੱਤ ਹੋਣਾ, ਇਹ ਵੀ ਤੂੰ ਹੀ। ਦੇਖੋ ਹੁਣ ਫੇਰ ਸਮਝ ਨਹੀਂ ਆਉਂਦੀ ਬੁੱਧੀ ਨੂੰ ਵੀ ਤੂੰ ਸਭ ਦਾ ਤੱਤ ਵੀ ਤੂੰ ਹੀ ਹੈ, ਪਰਮ ਤੱਤ ਵੀ ਤੂੰ ਹੀ ਹੈ, ਤੂੰ ਤੱਤ ਹੈ ਵੀ ਨਹੀਂ। ਇਹ ਫਲਸਫਾ ਜਿਹੜਾ, ਇਹ ਬਿਨਾਂ ਬੁੱਧੀ ਦੇ ਮੁਲਾਇਮ ਹੋਏ ਤੋਂ, ਬਿਨਾਂ ਹਉਮੈ ਟੁੱਟੇ ਤੋਂ ਨਹੀਂ ਸਮਝ ਲੱਗਦੀ ਇਸ ਗੱਲ ਦੀ। ਬੁੱਧੀ ਤਾਂ ਇਹੀ ਕਹੇਗੀ ਵੀ ਜਾਂ ਤੂੰ ਤੱਤ ਹੈ ਜਾਂ ਬਿਨਾਂ ਤੱਤ ਤੋਂ, ਇੱਕ ਦੋਹਾਂ 'ਚੋਂ ਇੱਕ ਹੈ, ਪਰ ਨਹੀਂ। ਗੁਰਮਤਿ ਚੱਲਦੀ ਹੈ ਇਸ ਤਰ੍ਹਾਂ। ਇਹਨਾਂ ਦੋਹਾਂ ਤੋਂ ਬਾਹਰ ਨਿਕਲ ਕੇ, ਡਾਇਕੋਟਮੀ ਤੋਂ, ਫਿਰ ਸਮਝ ਆਉਂਦੀ ਹੈ ਗੁਰਮਤਿ ਦੀ। ਨਮੋ ਜੋਗ ਜੋਗੇ, ਨਮੋ ਗਿਆਨ ਗਿਆਨ। ਜੋਗਾਂ ਵਿੱਚ ਵੀ ਤੂੰ ਹੀ ਹੈ, ਗਿਆਨਾਂ ਵਿੱਚ ਵੀ ਤੂੰ ਹੀ ਹੈ। ਨਮੋ ਮੰਤਰ ਮੰਤਰੇ। ਮੰਤਰਾਂ ਦਾ ਮੰਤਰ ਵੀ ਤੂੰ ਹੀ ਹੈ, ਪਰਮ ਮੰਤਰ ਵੀ ਤੂੰ ਹੀ ਹੈ। ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ ਬਾਰ ਬਾਰ। ਨਮੋ ਧਿਆਨ ਧਿਆਨੇ। ਸਭ ਧਿਆਨਾਂ ਦੇ ਵਿੱਚ ਵੀ ਤੂੰ ਹੀ ਹੈ ਧਿਆਨ। ਗੁਰ ਬਿਨ ਹੋਰ, ਬਿਨ ਗੁਰ ਹੋਰ ਧਿਆਨ ਹੈ ਸਭ ਦੂਜਾ ਭਾਉ। ਗੁਰੂ ਤੋਂ ਬਿਨਾਂ ਹੋਰ ਜਿਹੜਾ ਆਪਾਂ ਧਿਆਨ ਕੋਈ ਵੀ ਲਾਉਂਦੇ, ਉਹ ਦੂਜਾ ਭਾਅ ਹੈ, ਡੁਐਲਿਟੀ ਹੈ। ਉਹ ਨਹੀਂ ਕਬੂਲ ਹੈ ਗੁਰੂ ਨੂੰ ਔਰ ਪਰਮਾਤਮਾ ਨੂੰ। ਬੇਸ਼ੱਕ ਅਸੀਂ ਕਰੀ ਜਾਂਦਾ ਸੰਸਾਰ, ਪਰ ਗੁਰੂ ਨੂੰ ਇਹ ਭਾਉਂਦਾ ਨਹੀਂ। ਗੁਰੂ ਨੂੰ ਤਾਂ ਇੱਕ ਦਾ ਹੀ ਧਿਆਨ ਭਾਉਂਦਾ, ਪਰਮਾਤਮਾ। ਨਮੋ ਜੁੱਧ ਜੁੱਧੇ, ਨਮੋ ਗਿਆਨ ਗਿਆਨੇ। ਯੁੱਧਾਂ ਵਿੱਚ ਵੀ ਤੂੰ ਹੀ ਹੈ, ਗਿਆਨਾਂ ਵਿੱਚ ਵੀ ਤੂੰ ਹੀ ਹੈ। ਨਮੋ ਭੋਜ ਭੋਜੇ, ਨਮੋ ਪਾਨ ਪਾਨੇ। ਜਿਹੜੇ ਭੋਜ ਰੱਖੇ ਵੀ ਜਾਂਦੇ ਆ, ਵਰਤਾਏ ਜਾਂਦੇ ਆ, ਪਰੋਸੇ ਜਾਂਦੇ ਆ, ਉਹਨਾਂ ਵਿੱਚ ਵੀ ਤੂੰ ਹੀ ਹੈ। ਪਾਣੀਆਂ ਦਾ ਪਾਣੀ ਵੀ ਤੂੰ ਹੀ ਹੈ, ਸਮੁੰਦਰ ਵੀ ਤੂੰ ਹੀ ਹੈ। ਤੈਨੂੰ ਨਮਸਕਾਰ ਹੈ। ਨਮੋ ਕਲੈ ਕਰਤਾ, ਨਮੋ ਸ਼ਾਂਤ ਰੂਪ। ਦੇਖੋ ਸਾਧ ਸੰਗਤ ਜੀਓ, ਚੌਂਕ ਨਾ ਜਾਇਓ। ਸਾਰੇ ਸ੍ਰਿਸ਼ਟੀ ਦੀ ਜਿਹੜੀ ਕਲਾ ਹੈ, ਕਲੇਸ਼ ਹੈ, ਉਹਦੀ ਜੜ ਵੀ ਤੂੰ ਹੀ ਹੈ। ਉਹ ਕਰਨ ਵਾਲਾ ਵੀ ਤੂੰ ਹੀ ਹੈ। ਕਿਤੇ ਝਗੜਾ ਹੋ ਜਾਂਦਾ, ਲੜਾਈ ਲੱਗ ਜਾਂਦੀ ਹੈ, ਜਿਵੇਂ ਅੱਜ ਕੱਲ੍ਹ ਯੂਕਰੇਨ 'ਚ ਲੱਗੀ ਹੋਈ ਹੈ। ਕਿਤੇ ਹੜ੍ਹ ਆ ਜਾਂਦਾ, ਕਿਤੇ ਸੁਨਾਮੀ ਆ ਜਾਂਦੀ ਹੈ, ਕਿਤੇ ਭੂਚਾਲ ਆ ਜਾਂਦਾ। ਇਹ ਜੋ ਕੁਛ ਵੀ ਹੋ ਰਿਹਾ ਹੈ, ਇਹ ਸਭ ਤੇਰੀ ਤੂੰ ਹੀ ਹੈ, ਇਹਦੇ ਵਿੱਚ ਵੀ ਤੂੰ ਹੀ। ਬੁੱਧੀ ਨਹੀਂ ਮੰਨਦੀ ਇਸ ਗੱਲ ਨੂੰ। ਬੁੱਧੀ ਤਾਂ ਪਰਮਾਤਮਾ ਦਾ ਹੋਰ ਰੂਪ ਬਣਾਈ ਬੈਠੀ ਹੈ। ਪਰ ਗੁਰਬਾਣੀਕਾਰਾਂ ਨੇ ਇਹ ਗੱਲ ਸਮਝਾਈ ਹੈ, ਖਾਸ ਕਰਕੇ ਦਸਮ ਗ੍ਰੰਥ ਵਿੱਚ ਇਹ ਬਾਤ ਬਾਰ ਬਾਰ ਆਉਂਦੀ ਹੈ ਵੀ ਸਭ ਕੁਛ ਤੂੰ ਹੀ ਹੈ, ਕਿਸੇ ਪਾਸੇ ਤੋਂ ਬਾਹਰ ਤੂੰ ਨਹੀਂ ਹੈ, ਸਭ ਜਗ੍ਹਾ ਤੂੰ। ਨਮੋ ਸ਼ਾਂਤ ਰੂਪੇ। ਸ਼ਾਂਤੀ ਵਰਤਾ ਰਿਹਾ ਉਹ ਵੀ ਤੂੰ ਹੀ ਹੈ। ਨਮੋ ਇੰਦਰ ਇੰਦਰੇ, ਅਨਾਦੰ ਵਿਭੂਤੇ। ਅਨਾਦੀ ਹੈ ਤੂੰ, ਤੇਰੀ ਮਾਇਆ ਤੈਂ ਬਣਾਈ ਹੈ, ਇਹ ਵੀ ਅਨਾਦ ਕਾਲ ਤੋਂ ਚੱਲੀ ਆ ਰਹੀ ਹੈ। ਕਲੰਕਾਰ ਰੂਪੇ, ਤੂੰ ਬਿਨਾਂ ਬਲੈਮਿਸ਼ ਤੋਂ ਹੈ, ਬਿਨਾਂ ਦਾਗ ਤੋਂ, ਧੱਬੇ ਤੋਂ ਹੈ, ਤੇਰਾ ਰੂਪ ਹੈ ਜਿਹੜਾ। ਅਲੰਕਾਰ ਅਲੰਕੇ, ਤੂੰ ਅਲੰਕਾਰਾਂ ਦਾ ਵੀ
ਅਲੰਕਾਰ ਹੈ। ਅਲੰਕਾਰ ਗਹਿਣਿਆਂ ਨੂੰ ਵੀ ਕਹਿੰਦੇ ਸਾਧ ਸੰਗਤ ਜੀ। ਅਲੰਕਾਰ ਕਵਿਤਾ ਨੂੰ ਸ਼ਿੰਗਾਰਨ ਖਾਤਰ ਵੀ ਅਲੰਕਾਰ ਵਰਤੇ ਜਾਂਦੇ ਆ। ਤੋ ਉਹਨਾਂ ਦਾ ਵੀ ਅਲੰਕਾਰਾਂ ਦਾ ਵੀ ਅਲੰਕਾਰ ਤੂੰ ਹੀ ਹੈ। ਨਮੋ ਆਸ ਆਸੇ ਨਮੋ ਬਾਂਕ ਬਾਂਕੇ, ਤੇਰੀ ਸਦਾ ਹੀ ਆਸ ਹੈ, ਤੈਨੂੰ ਨਮਸਕਾਰ ਹੈ। ਤੂੰ ਬਾਂਕਾ ਵੀ ਹੈ, ਸੁੰਦਰ ਵੀ ਹੈ, ਤੈਨੂੰ ਨਮਸਕਾਰ ਹੈ। ਬਾਂਕਿਆਂ ਦਾ ਵੀ ਬਾਂਕਾ, ਬਲਕਿ ਸਭ ਤੋਂ ਸੁੰਦਰ ਵੀ ਤੂੰ ਹੀ ਹੈ। ਅਪੰਗੀ ਸਰੂਪੇ ਅਨੰਗੀ ਅਨਾਮ, ਅਨਭੰਗ ਹੈ ਤੇਰਾ ਸਰੂਪ, ਭੰਗਿਆ ਭੰਗ ਨਹੀਂ ਕਰਿਆ ਜਾ ਸਕਦਾ। ਔਰ ਅਨੰਗ ਹੈ ਤੇਰਾ ਕੋਈ ਅੰਗ ਨਹੀਂ, ਤੂੰ ਅਨਾਮ ਹੈ, ਤੇਰਾ ਕੋਈ ਨਾਮ ਨਹੀਂ ਹੈ। ਫਿਰ ਭੰਗੀ ਤਰਕਾਲੇ, ਅਤੇ ਤਿੰਨਾਂ ਕਾਲਾਂ ਦੇ ਵਿੱਚ ਵੀ ਤੂੰ ਹੀ ਹੈ। ਅਨੰਗੀ ਅਕਾਮੇ, ਕਾਮਨਾ ਰਹਿਤ ਹੈ। ਏਕ ਅਛਰੀ ਛੰਦ, ਅਜੈ ਅਲੈ, ਤੂੰ ਅਜਿੱਤ ਹੈ, ਤੂੰ ਇੰਡਸਟਰਕਟੀਬਲ ਹੈ, ਤੇਰਾ ਨਾਸ਼ ਨਹੀਂ ਕਰਿਆ ਜਾ ਸਕਦਾ। ਤੈਨੂੰ ਤੋੜਿਆ ਭੰਨਿਆ ਨਹੀਂ ਜਾ ਸਕਦਾ। ਅਖੰਡ ਹੈ, ਅਭੈ ਅਭੈ, ਡਰ ਰਹਿਤ ਹੈ, ਔਰ ਤੈਨੂੰ ਬੈ ਨਹੀਂ ਕਰਿਆ ਜਾ ਸਕਦਾ। ਬੈ ਹੁੰਦਾ ਜਦੋਂ ਆਪਾਂ ਇੱਕ ਚੀਜ਼ ਆਪਣੇ ਨਾਂ ਕਰਾ ਲੈਂਦੇ, ਉਹਨੂੰ ਪੱਕਾ ਬੈ ਕਹਿ ਦਿੰਦੇ। ਇੱਕ ਹੁੰਦੀ ਹੈ ਰਹਿਣ, ਉਹ ਥੋੜ੍ਹੇ ਚਿਰ ਖਾਤਰ ਕਬਜ਼ੇ 'ਚ ਹੁੰਦੀ ਹੈ। ਤੂੰ ਅਭੈ ਹੈ, ਤੈਨੂੰ ਬੈ ਨਹੀਂ ਕਰਿਆ ਜਾ ਸਕਦਾ। ਅਭੂ ਆਜੂ, ਹਸਤੀ ਰਹਿਤ ਹੈ, ਔਰ ਅਨਬੋਰਨ ਹੈ, ਤੂੰ ਕਦੇ ਜਨਮਦਾ ਨਹੀਂ ਹੈ, ਅਜਨਮਾ ਹੈ, ਅਜੂਨੀ ਹੈ। ਅਨਾਸ ਆਕਾਸ਼, ਤੇਰਾ ਨਾਸ ਕੋਈ ਨਹੀਂ। ਆਕਾਸ਼ ਵੀ ਤੂੰ ਹੀ ਹੈ। ਅਗੰਜ ਹੈ, ਅਭੰਜ ਹੈ, ਅਲੱਖ ਹੈ, ਅਪੱਖ ਹੈ, ਅਕਾਲ ਦਿਆਲ, ਤੇਰੇ ਸਿਰ ਪਰ ਕਾਲ ਕੋਈ ਨਹੀਂ। ਤੂੰ ਦਿਆਲੂ ਵੀ ਹੈ, ਤੂੰ ਅਲੱਖ ਵੀ ਹੈ, ਤੂੰ ਅਪੱਖ ਵੀ ਹੈ। ਅਲੇਖ ਅਪੇਖ, ਤੇਰੇ ਸਿਰ ਪਰ ਕੋਈ ਲੇਖ ਨਹੀਂ ਹੈ। ਤੂੰ ਕਿਸੇ ਭੇਖ ਵਿੱਚ ਨਹੀਂ ਹੈ, ਸਾਰੇ ਹੀ ਭੇਖ ਤੇਰੇ ਹੈ। ਅਨਾਮ ਹੈ, ਅਕਾਮ ਹੈ, ਅਗਾਹ ਅਡਾ, ਤੇਰਾ ਥਹੁ ਨਹੀਂ ਪਾਇਆ ਜਾ ਸਕਦਾ। ਅਨਫੈਥੇਮੇਬਲ ਹੈ, ਜਿਵੇਂ ਸਮੁੰਦਰ ਡੂੰਘਾ ਹੁੰਦਾ, ਉਹਨੂੰ ਕਹਿੰਦੇ ਗਾਹ ਪਾਉਣਾ, ਉਹਦਾ ਅਗਾਹ ਹੁੰਦਾ ਉਹ। ਅਡਾ, ਤੈਨੂੰ ਢਾਇਆ ਨਹੀਂ ਜਾ ਸਕਦਾ। ਅਨਾਥੇ ਪਰਮਾਥੇ, ਤੂੰ ਨਾਥਾਂ ਦਾ ਵੀ ਨਾਥ ਹੈ, ਪਰ ਤੇਰਾ ਕੋਈ ਨਾਥ ਨਹੀਂ ਹੈ। ਦੇਖੋ ਅਨਾਥ ਕਿਹਨੂੰ ਕਹਿੰਦੇ, ਜਿਹਦਾ ਕੋਈ ਨਾਥ ਨਾ ਹੋਵੇ, ਕੋਈ ਬਾਲੀ ਵਾਰਸ ਨਾ ਹੋਵੇ, ਉਹ ਆਪੇ ਆਪ ਹੈ। ਪਰਮਾਥੇ, ਚੰਗੀ ਤਰ੍ਹਾਂ ਮੰਥਨ ਵੀ ਕਰਦਾ ਹੈ ਦੁਨੀਆ ਦਾ, ਤੂੰ ਗਲੋਰੀਅਸ ਵੀ ਹੈ। ਅਜੋਨੀ ਅਮੋਨੀ, ਬਿਨਾਂ ਜੂਨਾਂ ਤੋਂ, ਔਰ ਤੂੰ ਮੋਨੀ ਨਹੀਂ ਹੈ, ਅਮੋਨੀ ਹੈ। ਮਤਲਬ ਹੈ ਤੂੰ ਬੋਲਦਾ ਹੈ। ਤੂੰ ਮੌਨ ਧਾਰਨਾ ਹੁੰਦਾ ਚੁੱਪ ਰਹਿਣਾ, ਅਮੋਨੀ ਜਿਹੜਾ ਚੁੱਪ ਨਾ ਰਹੇ। ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ, ਤੇਰਾ ਕੋਈ ਰੂਪ ਰੰਗ ਰੇਖ ਪੇਖ ਕੁਛ ਨਹੀਂ ਹੈ। ਇਹ ਵਾਹਿਗੁਰੂ ਜੀਓ, ਤੈਨੂੰ ਨਮਸਕਾਰ ਹੈ। ਅਕਰਮੰ ਅਪਰਮੰ, ਤੂੰ ਕਾਮਨਾ ਰਹਿਤ, ਕੋਈ ਕਰਮ ਨਹੀਂ ਕਰਦਾ, ਨਿਸ਼ਕਰੀ ਹੈ। ਔਰ ਭਰਮਾਂ ਤੋਂ ਰਹਿਤ ਹੈ। ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ, ਨਮਸਤੁਲ ਪ੍ਰਣਾਮੇ ਨਮਸਤੁਲ ਪ੍ਰਣਾਸੇ, ਤੈਨੂੰ ਨਮਸਕਾਰ ਹੈ, ਪ੍ਰਣਾਮ ਹੈ। ਤੂੰ ਸਭ ਦਾ ਨਾਸ਼ ਕਰਨ ਵਾਲਾ ਹੈ, ਤੈਨੂੰ ਨਮਸਕਾਰ ਹੈ। ਅਗੰਜੁਲ ਅਨਾਮੇ ਸਮਸਤੁਲ ਨਿਵਾਸੇ, ਹੇ ਅਨਾਮੇ, ਤੇਰਾ ਕੋਈ ਨਾਮ ਨਹੀਂ ਹੈ, ਤੂੰ ਅਗੰਜਲ ਹੈ, ਤੂੰ ਸਮਸਤੁਲ ਨਿਵਾਸ ਹੈ। ਨਿਰਕਾਮ ਵਿਭੂਤੇ ਸਮਸਤੁਲ ਸਰੂਪੇ, ਤੂੰ ਨਿਰਕਾਮੰ ਵੀ ਹੈ, ਵਿਭੂਤ ਵੀ ਹੈ, ਤੇਰਾ ਸਰੂਪ ਵੀ ਸਾਰੇ ਲੋਕ ਜਿੰਨਾ ਵੀ ਜੋ ਵੀ ਬ੍ਰਹਿਮੰਡ ਹੈ, ਤੇਰਾ ਸਰੂਪ ਹੈ। ਕੁਕਰਮੰ ਪ੍ਰਣਾਸੀ, ਬੁਰਿਆਂ ਕਰਮਾਂ ਨੂੰ ਮਾਰਦਾ ਹੈ, ਦੂਰ ਕਰਦਾ ਹੈ। ਸੁਧਰਮੰ ਵਿਭੂਤੇ, ਚੰਗੇ ਧਰਮ ਵਾਲਾ ਵੀ ਤੂੰ ਹੀ ਹੈ। ਸਦਾ ਸਚ ਦਾ ਆਨੰਦ ਸਤਰਮ ਪ੍ਰਣਾਸੀ, ਸੱਚ ਚਿੱਤ ਆਨੰਦ ਵੀ ਹੈ, ਔਰ ਦੁਸ਼ਮਣਾਂ ਨੂੰ ਮਾਰਨ ਵਾਲਾ ਵੀ ਤੂੰ ਹੀ ਹੈ। ਕਰੀਮੁਲ ਕੁਨਿੰਦਾ, ਤੂੰ ਬਖਸ਼ਿਸ਼ਾਂ ਕਰਦਾ, ਦਇਆ ਦੇ ਘਰ ਵਿੱਚ ਵੀ ਆਉਣਾ। ਸਮਸਤੁਲ ਨਿਵਾਸੀ, ਸਭ ਜਗ੍ਹਾ ਤੂੰ ਹੀ ਨਿਵਾਸੀ ਹੈ, ਤੇਰਾ ਹੀ ਪਹਿਰਾ ਸਭ ਜਗ੍ਹਾ। ਅਜਾਇਬ ਵਿਭੂਤੇ, ਤੂੰ ਅਜੀਬ ਹੈ, ਤੇਰੀ ਹਸਤੀ ਅਜੀਬ ਹੈ, ਤੈਨੂੰ ਸਮਝਣਾ ਬੜਾ ਮੁਸ਼ਕਲ ਹੈ। ਔਰ ਗਜਾਇਬ ਗਨੀਮੇ, ਔਰ ਦੁਸ਼ਮਣਾਂ ਖਾਤਰ ਤੂੰ ਗਜਬ ਵੀ ਹੈ, ਭੈ ਵੀ ਹੈ। ਹਰੀਅੰ ਕਰੀਅੰ, ਤੂੰ ਹਾਰਦਾ ਵੀ, ਸਭ ਨੂੰ ਹਰਦਾ ਵੀ ਹੈ, ਕਰਦਾ ਵੀ ਹੈ, ਮਾਰਦਾ ਵੀ ਹੈ, ਪੈਦਾ ਵੀ ਕਰਦਾ। ਕਰੀਮੁਲ ਰਹੀਮੇ, ਤੂੰ ਕਰੀਮ ਬਖਸ਼ ਹੈ, ਰਹੀਮ ਬਖਸ਼ ਹੈ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਚਾਰੇ ਚੱਕਰਾਂ ਦੇ ਵਿੱਚ, ਚਾਰੇ ਦਿਸ਼ਾਵਾਂ ਦੇ ਵਿੱਚ, ਕੋਰਨਰਸ ਵਿੱਚ, ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ।
ਔਰ ਚਾਰੇ ਚੱਕਾਂ ਦੇ ਵਿੱਚ ਭੋਗਦਾ ਵੀ ਤੂੰ ਹੀ ਹੈ, ਵਰਤਦਾ ਵੀ ਤੂੰ ਹੀ ਹੈ। ਸਵਯੰਭਵ ਸੁਭਯੰ ਸਰਬਦਾ ਸਰਬਯੁਕਤ, ਆਪਣੇ ਆਪ ਤੋਂ ਪੈਦਾ ਹੋਇਆ ਹੋਇਆ, ਬਿਊਟੀਫੁੱਲ ਹੈ, ਸੁੰਦਰ ਹੈ, ਸੁਭਯੰ ਸਰਬਦਾ ਸਰਬਯੁਕਤ, ਯੂਨੀਵਰਸਲੀ ਐਕਸੈਪਟਡ ਹੈ, ਸਭ ਜਗ੍ਹਾ ਤੂੰ ਹੀ ਹੈ, ਜੁੜਿਆ ਹੋਇਆ ਵੀ ਤੂੰ ਹੀ ਹੈ। ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ, ਜਨਮ ਮਰਨ ਦੋਏ ਕਾਲਾਂ ਨੂੰ ਵੀ ਦੂਰ ਤੂੰ ਹੀ ਕਰਦਾ ਹੈ, ਭਾਣੇ ਵਿੱਚ ਆਪਣੇ 'ਚ ਕੱਢ ਲੈਂਦਾ ਬਾਹਰ ਸੰਤਾਂ ਨੂੰ। ਤੂੰ ਦਿਆਲ ਸਰੂਪ ਹੈ, ਸਦਾ ਅੰਗ ਸੰਗੇ ਅਪੰਗੰ ਵਿਭੂਤ, ਹਮੇਸ਼ਾ ਅੰਗ ਸੰਗ ਹੈ, ਅਪੰਗ ਹੈ, ਵਿਭੂਤ। ਇਹ ਵਾਹਿਗੁਰੂ ਜੀ ਉਹ ਤੈਨੂੰ ਨਮਸਕਾਰ ਹੈ, ਤੈਨੂੰ ਡੰਡੌਤ ਹੈ, ਤੈਨੂੰ ਬੰਦਨਾ ਹੈ, ਤੈਨੂੰ ਪ੍ਰਣਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਇਹ ਤਾਂ ਅਸੀਂ ਅੱਜ ਤੱਕ ਦੀ ਵਿਚਾਰ ਗੁਰੂ ਸਾਹਿਬ ਨੇ ਆਪਣਾ ਹੱਥ ਦੇ ਕੇ ਕਰਵਾਈ ਹੈ, ਕਿਉਂਕਿ ਬੰਦਾ ਭੁੱਲਣਹਾਰ ਤਾਂ ਹੁੰਦਾ ਹੀ ਹੁੰਦਾ, ਕੁਛ ਨਾ ਕੁਛ ਤਰੁੱਟੀਆਂ ਜ਼ਰੂਰ ਰਹਿ ਜਾਂਦੀਆਂ ਹੁੰਦੀਆਂ, ਸੰਗਤ ਬਖਸ਼ਣਹਾਰ ਹੁੰਦੀ। ਤੋ ਆਪ ਜੀ ਤੋਂ ਇਹ ਦਰਖਾਸਤ ਹੈ, ਚਰਨਾਂ 'ਚ ਬੇਨਤੀ ਹੈ ਵੀ ਆਪ ਜੀ ਜ਼ਰੂਰ ਅਸੀਸਾਂ ਦਿਓਗੇ, ਬਖਸ਼ੋਗੇ। ਇੱਕ ਵਿਚਾਰ ਦਾਸਰੇ ਦੇ ਮਨ 'ਚ ਆਈ ਹੈ ਵੀ ਜਿਹੜਾ ਆਪਾਂ ਪੜ੍ਹਦੇ ਹਾਂ, ਇੱਕ ਆਮ ਬੰਦਾ ਪੜ੍ਹਦਾ ਹੈ, ਗੁਰਬਾਣੀ ਨੂੰ ਵੀ ਪੜ੍ਹਦਾ ਹੈ, ਪਾਠੀ ਜਿਵੇਂ ਪੜ੍ਹਦੇ ਹਾਂ। ਇੱਕ ਬੰਦਾ ਬਿਟਵੀਨ ਦਾ ਲਾਈਨਸ ਪੜ੍ਹਦਾ ਹੈ, ਲਾਈਨਾਂ ਦੇ ਵਿੱਚ ਪੜ੍ਹਦਾ ਹੈ, ਉਹ ਵਿਦਵਾਨ ਹੁੰਦੇ ਨੇ। ਜਿਹੜੇ ਸਤੋਗੁਣੀ ਪੁਰਸ਼ ਹੁੰਦੇ ਆ, ਆਮ ਬੰਦਿਆਂ ਨਾਲੋਂ ਉੱਚੇ ਹੁੰਦੇ ਆ, ਉਹ ਰਜੋਵਰ ਤਮੋ ਤੋਂ ਪਾਰ ਨਿਕਲੇ ਹੋਏ ਹੁੰਦੇ, ਸਤੋ ਵਿੱਚ ਪ੍ਰਵੇਸ਼ ਹੋਇਆ ਵਾ ਹੁੰਦਾ, ਉਹ ਬਿਟਵੀਨ ਦਾ ਲਾਈਨਸ ਪੜ੍ਹਦੇ। ਬਿਟਵੀਨ ਦਾ ਲਾਈਨ ਦਾ ਮਤਲਬ ਹੈ ਕੁਛ ਨਾ ਕੁਛ ਅੱਖਰੀ ਅਰਥ ਉਹ ਜਾਣਦੇ ਆ। ਆਮ ਬੰਦਾ ਅੱਖਰੀ ਅਰਥ ਨਹੀਂ ਜਾਣਦਾ, ਉਹ ਸਿਰਫ ਪੜ੍ਹਦਾ ਹੈ। ਤੋ ਜਿਹੜੇ ਅੱਖਰੀ ਅਰਥ ਜਾਣਦੇ ਉਹ ਬਿਟਵੀਨ ਦਾ ਲਾਈਨਸ ਹੋ ਗਿਆ। ਇੱਕ ਜਿਹੜੀ ਸਭ ਤੋਂ ਸ਼੍ਰੋਮਣੀ ਅਵਸਥਾ ਹੈ ਪੜ੍ਹਨ ਵਾਲਿਆਂ ਦੀ, ਉਹ ਹੈ ਸੰਤ ਲੋਕ, ਜਿਹੜੇ ਨੂਰਾਨੀ ਹੈ, ਉਹ ਬਿਹਾਈਂਡ ਦਾ ਲਾਈਨ ਪੜ੍ਹਦੇ ਹੁੰਦੇ। ਅੱਖਰਾਂ ਦੇ ਪਿੱਛੇ ਕਿਆ ਹੈ, ਜਿਹਨੂੰ ਆਪਾਂ ਬੁੱਝਣਾ ਕਹਿੰਦੇ। ਸੰਤ ਲੋਕ ਬੁੱਝਦੇ ਹੈ, ਅੱਖਰਾਂ ਮਗਰ ਘੱਟ ਜਾਂਦੇ, ਅੱਖਰਾਂ ਦੇ ਪਿੱਛੇ ਜਿਹੜੀ ਗੱਲ ਹੈ ਉਹਨੂੰ ਉਹ ਜਾਣਦੇ ਹੁੰਦੇ ਆ, ਉਹਨੂੰ ਬੁੱਝਣਾ ਕਿਹਾ ਜਾਂਦਾ। ਔਰ ਉਹ ਜਿਹੜਾ ਬੁੱਝਣਾ ਹੈ ਸਾਧ ਸੰਗਤ ਜੀਓ, ਪੋਥੀ ਪ੍ਰਾਣ ਕਮਾਈਐ ਭਉ ਬੱਟੀ ਇਤਨ ਪਾਈਐ, ਸੱਚ ਬੂਝਣ ਆਣ ਜਲਾਈਏ। ਦੇਖੋ ਮਹਾਰਾਜ ਦਾ ਹੁਕਮ ਹੈ, ਪੋਥੀ ਪ੍ਰਾਣ ਕਮਾਉਂਦੇ ਆਪਾਂ, ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਫਿਰ ਭਉ ਦੀ ਬੱਟੀ ਬਣਾਈਏ ਦੀਵੇ ਦੇ ਵਿੱਚ, ਯਾਨੀ ਭਉ ਹੈ ਜਿਹੜਾ ਡਰ ਹੈ ਉਹਦਾ ਜਾਗ ਲੱਗੇ, ਉਹਦੀ ਬੱਤੀ ਬਣਾਈ ਜਾਵੇ। ਸੱਚ ਬੂਝਣ ਆਣ ਜਲਾਈਏ, ਜਿਹੜੀ ਫਿਰ ਸੀਖ ਲਾ ਕੇ ਉਹ ਅਗਨੀ ਦਿੰਦੇ ਆਪਾਂ ਬੱਤੀ ਨੂੰ, ਉਹ ਬੁੱਝਣਾ ਹੈ। ਪਹਿਲਾਂ ਪੜ੍ਹਨਾ, ਫਿਰ ਵਿਚਾਰਨਾ, ਉਸ ਤੋਂ ਬਾਅਦ ਬੁੱਝਣਾ। ਜੇ ਗੁਰੂ ਮਹਾਰਾਜ ਦੇ ਦੇਵੇ, ਸਾਨੂੰ ਬਖਸ਼ਿਸ਼ ਕਰ ਦੇਵੇ, ਬੁੱਝਣਾ ਆਪਣੇ ਆਪ ਤੋਂ ਨਹੀਂ ਆਉਂਦਾ। ਉਹ ਜਿਹੜਾ ਬੁੱਝਣਾ ਹੈ, ਉਹ ਦੀਵੇ ਨੂੰ ਜਿਹੜੀ ਆਪਾਂ ਅਗਨੀ ਦਿੰਦੇ ਹਾਂ ਸੀਖ ਬਾਲ ਕੇ, ਉਹ ਹੈ। ਤੋ ਬੁੱਝਣਾ ਜਿਹੜਾ ਉਹ ਸੰਤਾਂ ਦੇ ਹਿੱਸੇ 'ਚ ਆਉਂਦਾ ਹੈ, ਆਮ ਬੰਦਾ ਨਹੀਂ ਬੁੱਝ ਸਕਦਾ ਇਹਨੂੰ, ਕਿਉਂਕਿ ਉਹ ਬਿਹਾਈਂਡ ਦਾ ਲਾਈਨ ਹੈ, ਉਹ ਸਾਹਮਣੇ ਦਿਖੇ ਨਹੀਂ ਰਿਹਾ। ਅੱਖਰ ਕੁਛ ਹੋਰ ਕਹਿੰਦੇ ਆ, ਬਾਤ ਕੁਛ ਹੋਰ ਹੈ। ਸ਼ਬਦਾਂ ਮਾਹੇ ਵਖਾਣੀਏ, ਬਿਰਲਾ ਤਾਂ ਬੁੱਝੇ ਕੋਈ। ਵਖਾਣਿਆ ਤਾਂ ਸ਼ਬਦਾਂ ਵਿੱਚ ਹੀ ਹੈ, ਬਾਣੀ ਵੀ ਸ਼ਬਦਾਂ ਵਿੱਚ ਹੈ, ਪਰ ਪਿੱਛੇ ਜਿਹੜੀ ਬੁੱਝਣੇ ਵਾਲੀ ਗੱਲ ਹੈ ਉਹ ਹੋਰ ਹੈ, ਭਾਵਨਾ ਹੀ ਹੋਰ ਹੈ। ਉਹ ਪਹਿਲਾਂ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ, ਇਹ ਅੱਖਰ ਹੈ। ਪਹਿਲਾਂ ਪੁੱਤ ਹੈ, ਮਾਂ ਬਾਦ ਵਿੱਚ ਹੈ, ਗੁਰੂ ਚੇਲੇ ਦੇ ਪੈਰਾਂ ਨੂੰ ਪਿਆ ਹੋਇਆ। ਬੁੱਝੀ ਜਾਓ, ਨਹੀਂ ਬੁੱਝਿਆ ਜਾਂਦਾ। ਅੱਖਰੀ ਅਰਥ ਵੀ ਆ ਜਾਊਗੇ ਇਹਦੇ, ਲੇਕਿਨ ਜਿਹੜਾ ਅਸਲ 'ਚ ਬੁੱਝਣਾ ਹੈ, ਜਿਹੜਾ ਇਹਦੇ ਪਿੱਛੇ ਭਾਵਨਾ ਹੈ, ਉਹਨੂੰ ਅੰਦਰ ਲਿਆਉਣਾ ਆਪਣੇ, ਉਹ ਬਹੁਤ ਮੁਸ਼ਕਿਲ ਹੈ। ਕਿਵੇਂ ਪੁੱਤ ਪਹਿਲਾਂ, ਮਾਂ ਬਾਅਦ 'ਚ ਕਿਵੇਂ, ਸੰਸਾਰ ਵੀ ਤਾਂ ਉਲਟ ਹੁੰਦਾ। ਤੋ ਇਹ ਹੈ ਜਿਹੜਾ ਬੁੱਝਣਾ ਹੈ। ਜਿਹੜੀ ਬੱਤੀ ਹੈ, ਬੱਤੀ ਨੂੰ ਅਗਨੀ ਜਿਹੜੀ ਦੇਣੀ ਹੈ, ਉਹ ਬੁੱਝਣਾ ਹੈ। ਆਪਾਂ ਪੜ੍ਹਨਾ ਹੈ, ਵਿਚਾਰਨਾ ਹੈ, ਭੈ ਦੇ ਵਿੱਚ ਆਉਣਾ। ਉਹਦੇ 'ਚ ਭੈ ਤੋਂ ਬਿਨਾਂ ਪਰਮਾਤਮਾ ਪ੍ਰਾਪਤ ਨਹੀਂ ਹੁੰਦਾ ਕਿਸੇ ਨੂੰ। ਬਿਨ ਭੈ ਲਾਗ ਨਾ ਲੱਗਈ, ਨਾ ਮਨ ਨਿਰਮਲ ਹੋਏ। ਭੈ ਤੋਂ ਬਿਨਾਂ ਮਨ ਨਿਰਮਲ ਹੋ ਹੀ ਨਹੀਂ ਸਕਦਾ। ਔਰ ਜਿਹੜਾ ਭੈ ਪੈਣਾ ਅੰਦਰ, ਇਹ ਵੀ ਗੁਰੂ ਬਖਸ਼ਿਸ਼ ਹੈ, ਨਿਰਮਲ ਭਉ ਦਾ ਪੈਣਾ। ਸਾਧ ਸੰਗਤ ਜੀ, ਉਹ ਜਦੋਂ ਸੂਰਜ ਚੜ੍ਹਦਾ ਹੈ, ਮੋਮਬੱਤੀਆਂ, ਲਾਟੂ, ਬਲਬ, ਟਿਊਬਾਂ ਸਭ ਫਿੱਕੇ ਪੈ ਜਾਂਦੇ, ਚੰਦਰਮਾ ਫਿੱਕਾ ਪੈ ਜਾਂਦਾ।
ਜਦੋਂ ਨਿਰਮਲ ਭਉ ਚੜ੍ਹਦਾ, ਅੰਦਰ ਪ੍ਰਕਾਸ਼ ਹੁੰਦਾ ਹੈ, ਤਾਂ ਬਾਕੀ ਦੇ ਸਾਰੇ ਹੀ ਭਉ ਹੈ ਜਿੰਨੇ ਵੀ, ਈਵਨ ਮੌਤ ਦਾ ਡਰ ਵੀ, ਇਹ ਸਾਰੇ ਦੂਰ ਹਟ ਜਾਂਦੇ। ਇਸੇ ਕਰਕੇ ਬੈਠ ਹੁੰਦਾ ਤਵੀਆਂ ਦੇ ਉੱਪਰ, ਦੇਗਾਂ 'ਚ ਵਾਲੇ ਇਸੇ ਤਰ੍ਹਾਂ ਖਾਧੇ ਜਾਂਦੇ ਨਿਰਭਉ ਹੋ ਕੇ। ਗੁਰੂ ਬਖਸ਼ਿਸ਼ ਹੈ। ਨਹੀਂ ਤਾਂ ਹਰ ਵਕਤ ਡਰ ਹੁੰਦਾ ਮਨ ਵਿੱਚ, ਦੁਨਿਆਵੀ ਡਰ। ਇਹ ਡਰ ਨੂੰ ਨਿਰਮਲ ਭਉ ਹਟਾਉਂਦਾ। ਉਹ ਬੜਾ ਸ਼੍ਰੋਮਣੀ ਡਰ ਹੈ ਜਿਹੜਾ ਨਿਰਮਲ ਭਉ। ਹਰ ਵਕਤ ਇਹ ਸੋਚਣਾ ਵੀ ਤੂੰ ਮੈਨੂੰ ਦੇਖ ਰਿਹਾ, ਅੰਦਰ ਬੈਠਾ। ਇਹ ਹੈ, ਇਸ ਤੋਂ ਜਾਗ ਲੱਗਦੀ ਹੈ, ਲਾਗ ਇਸੇ ਤੋਂ ਲੱਗਦੀ ਹੈ, ਤਾਂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਭੈ ਬਿਨਾਂ ਨਾਮ ਨਹੀਂ ਅੰਦਰ ਪੈਦਾ ਹੁੰਦਾ ਕਦੇ ਵੀ। ਭੈ ਵਿੱਚ ਖੁੰਬ ਚੜ੍ਹਾਈਐ, ਸਰਮ ਪਾਹ ਤਨ ਹੋਏ। ਆਸਾ ਕੀ ਵਾਰ। ਭੈ ਦੇ ਵਿੱਚ ਕੜਾਹਾ ਚੜ੍ਹਾਉਣਾ ਹੈ, ਜਿਹੜਾ ਰੰਗ ਦੇਣਾ ਹੈ ਕਿਸੇ ਵੀ ਰੰਗ ਨੂੰ, ਮਿਹਨਤ ਕਰਕੇ ਉਦੋਂ ਰੰਗ ਦੇਣਾ ਹੈ। ਸਰਮ ਪਾਹ ਤਨ ਹੋਏ, ਉਹ ਭੈ ਦਾ ਕੜਾਹਾ ਚੜ੍ਹਾਉਣਾ। ਖੁੰਬ ਕੜਾਹੀ ਨੂੰ ਕਹਿੰਦੇ, ਜਿਹਦੇ 'ਚ ਲਲਾਰੀ ਰੰਗ ਉਬਾਲਦਾ ਹੁੰਦਾ। ਭੈ ਤੇ ਬੈਰਾਗ ਉਪਜੈ, ਹਰ ਖੋਜਤ ਫਿਰਨਾ। ਬੈਰਾਗ ਆਉਣਾ ਹੀ ਭੈ ਤੋਂ ਹੈ। ਦੁਨਿਆਵੀ ਡਰ ਨਿਕਲੂਗਾ, ਨਿਰਮਲ ਭਉ ਅੰਦਰ ਆਊਗਾ, ਫਿਰ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਸਕਦੀਆਂ। ਅਦਰਵਾਈਜ਼ ਜਿਹੜਾ ਨਿਰਮਲ ਭਉ ਦਾ ਪੈਣਾ, ਇਹ ਵੀ ਸਾਧ ਸੰਗਤ ਜੀਓ ਗੁਰੂ ਦੀ ਭੇਂਟ ਤੋਂ ਬਾਅਦ ਦੀ ਬਾਤ ਹੈ, ਇਹ ਪਹਿਲਾਂ ਦੀ ਨਹੀਂ ਹੈ। ਇਹ ਵੀ ਬੁੱਝਣ ਵਾਲੀ ਗੱਲ ਹੈ। ਅਸੀਂ ਉਹਦੇ ਭੈ 'ਚ ਨਹੀਂ ਹੈ, ਹਰ ਵਕਤ ਉਹਦੇ ਭੈ 'ਚ ਰਹਿਣਾ, ਇਹ ਤਾਂ ਬਹੁਤ ਉੱਤਮ ਗੁਣ ਹੈ। ਸਗਲ ਗੁਣਾ ਗੁਣ ਉੱਤਮੋ, ਭਰਤਾ ਦੂਰ ਨਾ ਪੇਖਰੇ। ਆਪਣੇ ਭਰਤੇ ਨੂੰ ਬਾਹਰ ਨਾ ਸਮਝ, ਅੰਦਰ ਹੀ ਬੈਠਾ। ਇਹ ਮਤ ਸਮਝ ਵੀ ਉਹ ਕਿਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਹੈ। ਉਹਨੂੰ ਹਰ ਵਕਤ ਅੰਦਰ ਸਮਝ, ਫੇਰ ਜਿਹੜਾ ਕਰਮ ਹੈ ਉਹਦਾ ਨਾਸ ਹੋ ਜਾਂਦਾ। ਕੋ ਕਰਮ ਪ੍ਰਣਾਸੀ, ਉਹ ਨਿਰਮਲ ਭਉ ਕਰਦਾ। ਉਹ ਦੇਖ ਰਿਹਾ ਹੁੰਦਾ ਵੀ, ਸਮਝ ਰਿਹਾ ਹੁੰਦਾ ਬੰਦਾ ਵੀ ਤੂੰ ਮੈਨੂੰ ਦੇਖ ਰਿਹਾ, ਗਲਤ ਕਿਵੇਂ ਹੋ ਜਾਊਗਾ। ਫਿਰ ਗਲਤ ਹੁੰਦਾ ਹੀ ਉਹੀ ਜਦੋਂ ਆਪਾਂ ਆਪਣੇ ਭਰਤੇ ਨੂੰ ਦੂਰ ਸਮਝਦੇ ਹਾਂ। ਜੇ ਭਰਤਾ ਨੇੜੇ ਸਮਝਿਆ ਜਾਵੇ ਤਾਂ ਗਲਤ ਕੰਮ ਹੁੰਦਾ ਹੀ ਨਹੀਂ ਹੈ। ਤੋ ਸਾਧ ਸੰਗਤ ਜੀਓ, ਇਹ ਵਿਚਾਰ ਦੇ ਨਾਲ ਨਾਲ ਇੱਕ ਵਿਚਾਰ ਹੋਰ ਆ ਗਈ ਮਨ ਦੇ ਵਿੱਚ। ਜਿਹੜਾ ਆਮ ਬੰਦਾ ਹੈ, ਕੋਈ ਵੀ ਮਨੁੱਖ ਆਪਾਂ ਦੀ ਤਰ੍ਹਾਂ, ਉਹ ਹਮੇਸ਼ਾ ਔਗੁਣਾਂ ਨੂੰ ਪ੍ਰਗਟ ਕਰ ਦਿੰਦਾ। ਗੁਣ ਨੂੰ ਨਹੀਂ ਕਹਿੰਦਾ ਕਦੇ ਵੀ ਕਿਸੇ ਦੇ ਨੂੰ। ਗੁਣ ਨੂੰ ਉਹਦੇ ਗੁਣ ਪ੍ਰਗਟ ਕਰਨੇ 'ਚ ਉਹਦਾ ਆਪਣੇ ਅੰਦਰ ਭੰਗ ਹੁੰਦਾ, ਹਉਮੈ ਟੁੱਟਦੀ। ਉਹ ਔਗੁਣਾਂ ਨੂੰ ਪ੍ਰਗਟ ਕਰਦਾ, ਨਿੰਦਿਆ ਕਰਦਾ। ਜਿਹੜਾ ਬੰਦਾ ਹੁੰਦਾ ਵਿਦਵਾਨ, ਸਤੋਗੁਣੀ, ਰਜੋ ਤਮੋ ਤੇ ਉੱਪਰ, ਉਹ ਵੀ ਗੁਣ ਵੀ ਕਹਿ ਦਿੰਦਾ ਤੇ ਔਗੁਣ ਵੀ ਕਹਿ ਦਿੰਦਾ। ਤੇ ਜਿਹੜਾ ਫਿਰ ਸੰਤ ਹੁੰਦਾ ਹੈ, ਯਾਨੀ ਨੂਰਾਨੀ ਪਰਸਨ, ਡਿਵਾਈਨ ਪਰਸਨ, ਉਹ ਔਗੁਣਾਂ ਨੂੰ ਲੁਕੋ ਲੈਂਦਾ ਹੈ। ਕਿਸੇ ਦੇ ਬੰਦੇ ਦੇ ਔਗੁਣਾਂ ਨੂੰ ਪਰਦਾ ਪਾ ਦਿੰਦਾ ਉਹਦੇ ਉੱਪਰ। ਇਹ ਬਹੁਤ ਉੱਚੀ ਗੱਲ ਹੈ। ਇਸ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਵੀ ਕਿਸੇ ਦੇ ਔਗੁਣਾਂ ਨੂੰ ਢੱਕ ਲਵੇ। ਕਈ ਤਾਂ ਬਲਕਿ ਬੁੱਧੀ ਨਾਲ ਇਹ ਵੀ ਕਹਿਣਗੇ ਵੀ ਔਗੁਣ ਕਾਹਤੇ ਢੱਕਣੇ, ਕਿਸੇ ਨੇ ਦੋਸ਼ ਕਰਿਆ ਉਹਨੂੰ ਕਿਉਂ ਢੱਕਣਾ। ਨਹੀਂ, ਇਹ ਗੱਲ ਨੂੰ ਉਹ ਨਹੀਂ ਸਮਝ ਸਕਦਾ। ਇਹ ਬਹੁਤ ਉੱਚੀ ਬਾਤ ਹੈ। ਕਿਉਂਕਿ ਔਗਣ ਢੱਕਣਾ, ਇਹਦਾ ਮਤਲਬ ਇਹ ਨਹੀਂ ਵੀ ਉਹ ਉਹਦੇ ਔਗੁਣਾਂ ਨੂੰ ਢੱਕਦਾ, ਵੀ ਉਹਨੂੰ ਉਪਦੇਸ਼ ਨਹੀਂ ਕਰਦਾ, ਉਹਨੂੰ ਇਕੱਲੇ ਨੂੰ ਦੱਸੇਗਾ ਗੱਲ ਵੀ ਤੇਰੀ ਗੱਲ ਗਲਤ ਹੈ। ਲੋਕਾਂ ਦੇ ਵਿੱਚ ਉਹਦੀ ਬੁਰਾਈ ਉਘਾੜਨ ਖਾਤਰ ਕਦੇ ਨਹੀਂ ਉਹ ਬਾਹਰ ਕੱਢਦਾ ਬਾਤ, ਚਾਹੇ ਉਹਨੂੰ ਪਤਾ ਵੀ ਹੋਵੇ ਵੀ ਨੇ ਇਹ ਗੱਲ ਕਰੀ ਹੈ। ਢੱਕੂਗਾ ਉਹਦੇ ਔਗਣ, ਇਕੱਲੇ ਨੂੰ ਸਮਝਾ ਦੂਗਾ ਵੀ ਦੇਖ ਇਹ ਗੱਲ ਠੀਕ ਨਹੀਂ। ਜਿਹੜਾ ਹੋਰ ਆਮ ਬੰਦਾ ਤਾਂ ਉਘਾੜੂਗਾ ਬਹੁਤ ਜ਼ਿਆਦਾ, ਤੇ ਵਿਦਵਾਨ ਵੀ ਉਹਦੇ ਔਗੁਣਾਂ ਨੂੰ ਲੈ ਕੇ ਉਹਦੇ ਪਿੱਛੇ ਪਊਗਾ ਵੀ ਨਹੀਂ ਇਹ ਤਾਂ ਗਲਤ ਕੰਮ ਕਰਿਆ। ਪਰ ਸੰਤ ਨਹੀਂ ਇੱਦਾਂ ਕਰਦਾ ਕਦੇ ਵੀ। ਸੰਤ ਔਗੁਣਾਂ ਨੂੰ ਹਮੇਸ਼ਾ ਹੀ ਢੱਕਦਾ। ਆਪਣੇ ਅੰਦਰ ਕਿੰਨੇ ਹੀ ਸਮੁੰਦਰ ਦੇ ਪਾਣੀ ਜਿੰਨੇ ਐਬ ਹੈ, ਫਿਰ ਵੀ ਗੁਰੂ ਢੱਕੀ ਬੈਠਾ, ਪਰਮਾਤਮਾ ਢੱਕੀ ਬੈਠਾ। ਜੇ ਕਿਤੇ ਉਹ ਸਾਰੇ ਹੀ ਬਾਹਰ ਆ ਜਾਵੇ, ਲੋਕ ਆਪਾਂ ਨੂੰ ਦੇਖਣਾ ਵੀ ਨਾ ਚਾਹੇ ਕੋਈ। ਕਿੰਨੇ ਆਪਾਂ ਝੂਠ, ਫਰੇਬ ਔਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੋਰੀ, ਚੁਗਲੀ, ਕਿੰਨਾ ਕੁਛ ਅੰਦਰ ਹੈ। ਪਰਮਾਤਮਾ ਢੱਕੀ ਬੈਠਾ ਸਭ ਨੂੰ, ਗੁਰੂ ਵੀ ਢੱਕਦਾ। ਔਰ ਗੁਰੂ ਹੈ ਜਿਹੜਾ ਆਪਣੇ ਸਿੱਖ ਦਾ ਪਰਦਾ ਵੀ ਢੱਕਦਾ। ਆਮ ਬੰਦਾ ਨਹੀਂ ਇਹ ਕਰ ਸਕਦਾ ਕੰਮ। ਤਾਂ ਜਿਹੜਾ ਸਾਧ ਸੰਗਤ ਜੀ ਗੁਣਾਂ ਨੂੰ ਪ੍ਰਗਟ ਕਰਨਾ ਹੈ, ਉਹ ਤਾਂ ਬਹੁਤ ਵਧੀਆ ਗੁਣ ਹੈ। ਉਹ ਤਾਂ ਸਤੋਗੁਣੀ ਵੀ ਕਰ ਲੈਂਦੇ। ਪਰ ਔਗੁਣਾਂ ਨੂੰ ਢੱਕਣਾ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਸਿਰਫ ਔਰ ਸਿਰਫ ਸੰਤ ਲੋਕ ਕਰ ਸਕਦੇ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ
ਬਈ ਗਲਤੀ ਤਾਂ ਹਰ ਬੰਦੇ ਤੇ ਹੁੰਦੀ ਹੈ, ਸਾਰੇ ਹੀ ਉਹਦੇ ਪੁੱਤਰ ਹੈ, ਪਰਮਾਤਮਾ ਦਾ ਸਾਡਾ ਸਭ ਦਾ ਪਿਤਾ ਉਹ। ਗਲਤੀ ਹਰ ਬੰਦੇ ਤੇ ਹੁੰਦੀ ਹੈ, ਜੇ ਹੋ ਗਈ ਉਹਨੂੰ ਇੱਕ ਮੌਕਾ ਦਿਓ ਸੁਧਰਨ ਦਾ। ਉਹਨੂੰ ਪਰਦੇ ਦੇ ਵਿੱਚ ਲਿਜਾ ਕੇ ਗੱਲ ਕਹੋ ਵੀ ਇਹ ਗੱਲ ਠੀਕ ਨਹੀਂ ਹੈ, ਅਗਰ ਉਹ ਸਮਝ ਗਿਆ ਤਾਂ ਉਹ ਅੱਗੇ ਵਾਸਤੇ ਉਹਨੂੰ ਫੋਲੋ ਕਰ ਲੂਗਾ, ਗੱਲ ਨੂੰ ਮੰਨ ਵੀ ਲਊਗਾ ਅੰਦਰੋਂ। ਜੇ ਉਹਨੂੰ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਉਘਾੜੂਗੇ ਉਹਦੇ ਔਗਣ ਨੂੰ, ਉਹ ਹੋ ਸਕਦਾ ਉਹ ਬਿਲਕੁਲ ਬਾਹਰ ਚਲੇ ਜਾਵੇ ਰੇਖਾ ਤੇ, ਵੀ ਕਰ ਲਓ ਜਿਹੜਾ ਕੋਈ ਕਰਨਾ, ਮੈਂ ਤਾਂ ਇੱਕ ਨੇ ਕਰਨਾ। ਆਹ ਭਾਵਨਾ ਹੁੰਦੀ ਹੈ, ਜਿਹੜਾ ਸੰਤ ਹੁੰਦਾ ਉਹਦੇ ਅੰਦਰ ਵੀ ਕਿਸੇ ਦੇ ਔਗਣਾਂ ਨੂੰ ਢੱਕ ਕੇ ਉਹਨੂੰ ਫਿਰ ਸਮਝਾਉਣਾ ਕਿਸੇ ਤਰੀਕੇ ਨਾਲ। ਔਰ ਇਹਦੇ ਨਾਲ ਜੁੜੀ ਹੋਈ ਗੱਲ ਇਹ ਵੀ ਹੈ ਵੀ ਜਿਹੜਾ ਸੰਤ ਹੁੰਦਾ ਉਹ ਜਿਹੜੇ ਉਹਦੇ ਆਪਣੇ ਹੁੰਦੇ ਆ ਉਹਨਾਂ ਨੂੰ ਵੀ ਨਹੀਂ ਬਖਸ਼ਦਾ ਉਹ, ਜੇ ਗਲਤੀ ਕਰ ਲਵੇ। ਜਿਹੜਾ ਆਮ ਬੰਦਾ ਔਰ ਸਤੋਗੁਣੀ ਪੁਰਸ਼ ਹੈ ਉਹ ਆਪਣਿਆਂ ਨੂੰ ਤਾਂ ਲੁਕਾਊਗਾ, ਜੇ ਔਗਣ ਕਰ ਲਿਆ ਆਪਣੇ ਪੁੱਤ ਧੀ ਨੇ ਉਹਨੂੰ ਨਹੀਂ ਕੱਢਦਾ, ਉਹ ਦੂਜਿਆਂ ਦਿਆਂ ਨੂੰ ਕੱਢਦਾ। ਸੰਤ ਆਪਣਿਆਂ ਨੂੰ ਵੀ ਉਸ ਤਰ੍ਹਾਂ ਹੀ ਕਹੂਗਾ, ਭਾਵੇਂ ਤਰੀਕੇ ਨਾਲ ਕਹੂਗਾ ਪਰ ਕਹੂਗਾ ਜ਼ਰੂਰ ਵੀ ਇਹ ਕੰਮ ਗਲਤ ਹੈ ਭਾਈ। ਬਰਦਾਸ਼ਤ ਕਰਨ ਦਾ ਮਾਦਾ ਸੰਤ ਦੇ ਅੰਦਰ ਹੀ ਹੋ ਸਕਦਾ, ਦੁਨੀਆ 'ਚ ਨਹੀਂ ਹੋ ਸਕਦਾ। ਇੱਕ ਮਿਸਾਲ ਦੇ ਕੇ ਸਮਾਪਤੀ ਕਰੀਏ। ਮਿਹਰਬਾਨ ਭਰਾ ਲੱਗਦੇ ਸੀ ਰਿਸ਼ਤੇ 'ਚ ਗੁਰੂ ਅਰਜਨ ਦੇਵ ਜੀ ਦੇ, ਨਹੀਂ ਗੁਰੂ ਹਰਗੋਬਿੰਦ ਸਾਹਿਬ ਦੇ। ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਤਿਆਰ ਬਰ ਤਿਆਰ ਹਰ ਵਕਤ ਸਿੱਖ ਵੀ ਰਹਿੰਦੇ ਸੀਗੇ, ਸ਼ਸਤਰਧਾਰੀ, ਪੂਰਾ ਬਲ ਸੀ ਉਹਨਾਂ ਦਾ। ਕਿੰਨੀਆਂ 4 ਲੜਾਈਆਂ ਵੀ ਕਰੀਆਂ, ਹੋਰ ਵੀ ਛੋਟੀਆਂ ਮੋਟੀਆਂ ਸਕਰਮਿਸ਼ਿਜ਼ ਕਰੀਆਂ, ਸਭ ਵਿੱਚ ਜਿੱਤ ਪ੍ਰਾਪਤ ਕਰੀ ਉਹਨਾਂ ਨੇ। ਬਹੁਤ ਉੱਚਾ ਉਹਨਾਂ ਦਾ ਜਿਹੜਾ ਮਿਆਰ ਤਾ ਜ਼ਿੰਦਗੀ ਜਿਉਣ ਦਾ ਉਹ ਬਹੁਤ ਉੱਚਾ ਸੀ। ਜਿੱਥੇ ਉਹ ਸੰਤ ਦੇ ਭਗਤ ਵੀ ਸੀਗੇ, ਉੱਥੇ ਉਹ ਯੋਧੇ ਵੀ ਬਹੁਤ ਬੜੇ ਸੀਗੇ। ਜ਼ੁਲਮ ਨੂੰ ਨਾ ਸਹਿਣਾ, ਇਹ ਵੀ ਸਿੱਖੀ ਦਾ ਇੱਕ ਅੰਗ ਹੈ ਔਰ ਡਿਵਿਨਿਟੀ ਦਾ ਇੱਕ ਅੰਗ ਹੈ। ਪੀਰੀ ਔਰ ਮੀਰੀ ਉਹਨਾਂ ਨੇ ਸਿਖਾਈ ਹੈ, ਪੀਰੀ ਕਰੋ ਪਰ ਪੀਰੀ ਦੇ ਨਾਲ ਨਾਲ ਮੀਰੀ ਵੀ ਕਰਨੀ ਹੈ। ਹਾਲਾਂਕਿ ਮੀਰੀ ਨੂੰ ਪੀਰੀ ਦੇ ਨੀਚੇ ਕਰ ਦਿੱਤਾ ਤਾਂ ਕਿ ਕੋਈ ਗਲਤ ਫਹਿਮੀ ਨਾ ਪੈਦਾ ਹੋ ਜਾਵੇ ਵੀ ਮੈਂ ਹੀ ਸਭ ਕੁਛ ਹੈ, ਹੁਣ ਮੇਰੇ ਕੋਲ ਜ਼ੋਰ ਹੈ, ਤਾਣ ਹੈ। ਉਹ ਪੀਰੀ ਦੇ ਅੰਡਰ ਰੱਖਣੀ ਹੈ। ਇਸੇ ਕਰਕੇ ਜਿਹੜਾ ਨਿਸ਼ਾਨ ਸਾਹਿਬ ਹੈ ਅਕਾਲ ਤਖਤ ਸਾਹਿਬ ਦਾ, ਭਾਵੇਂ ਅਕਾਲ ਤਖਤ ਸਾਹਿਬ ਉੱਚੀ ਜਗ੍ਹਾ ਹੈ ਪਰ ਉਹਦਾ ਨਿਸ਼ਾਨ 1.5 ਫੁੱਟ ਨੀਵਾਂ ਲੱਗਿਆ ਹੋਇਆ ਹਰਿਮੰਦਰ ਸਾਹਿਬ ਤੋਂ। ਉਹੀ ਕਾਰਨ ਹੈ, ਇਹਦੇ ਪਿੱਛੇ ਵੀ ਸੰਕੇਤ ਹੈ ਕੁਛ। ਉੱਪਰ ਪੀਰੀ ਰੱਖਣੀ ਹੈ, ਉਹਦੇ ਅੰਡਰ ਮੀਰੀ ਚਲਾਉਣੀ ਹੈ, ਬਾਦਸ਼ਾਹਤ ਕਰਨੀ ਖਾਲਸੇ ਨੇ। ਤੋ ਚਲੋ ਮੁੱਕਦੀ ਗੱਲ, ਉਹ ਸ਼ਸਤਰਧਾਰੀ ਹੁਣ ਹੈਗੇ ਹੀ ਸੀਗੇ। ਇੱਕ ਦਿਨ ਉਹ ਮਿਹਰਬਾਨ ਨੂੰ ਆਪਣੇ ਭਰਾ ਨੂੰ ਮਿਲਣ ਚਲੇ ਗਏ। ਮਿਹਰਬਾਨ ਪੁੱਠੀ ਮੱਤ ਵਾਲਾ ਸੀ, ਪੈਰਲਲ ਗੁਰੂਡਮ ਵੀ ਚਲਾ ਰਹੇ ਸੀ, ਉਹ ਬਾਣੀ ਵੀ ਰਚਨਾ ਕਰ ਰਹੇ ਸੀਗੇ ਕੱਚੀ ਬਾਣੀ ਦੀ। ਉਹਨੇ ਬੈਠਣ ਵਾਸਤੇ ਵੀ ਨਹੀਂ ਕਿਹਾ ਗੁਰੂ ਸਾਹਿਬ ਨੂੰ, ਆਪ ਪਲੰਘੇ ਪਰ ਬੈਠਾ ਰਿਹਾ। ਗੁਰੂ ਸਾਹਿਬ ਹੇਠਾਂ ਹੀ ਬੈਠ ਗਏ। ਨਿਰਮਾਣਤਾ ਦੇਖੋ, ਸ੍ਰਿਸ਼ਟੀ ਦਾ ਮਾਲਕ ਆਪ ਹੇਠਾਂ ਚੌਂਕੜਾ ਲਾਈ ਬਹਿ ਗਿਆ। ਸਿੱਖਾਂ ਨੇ ਇਤਰਾਜ਼ ਵੀ ਕਰਿਆ, ਉਹਨਾਂ ਨੇ ਉਂਗਲ ਮਾਰ ਕੇ ਰੋਕ ਦਿੱਤਾ ਵੀ ਨਹੀਂ ਕੁਛ ਨਹੀਂ ਕਹਿਣਾ। ਫਿਰ ਗੱਲਾਂ ਗੱਲਾਂ ਵਿੱਚ ਬੁਰੇ ਦੁਰਵਚਨ ਵੀ ਕਹੇ ਮਿਹਰਬਾਨ ਨੇ ਗੁਰੂ ਸਾਹਿਬ ਨੂੰ, ਉਹ ਫਿਰ ਵੀ ਸ਼ਾਂਤ ਰਹੇ। ਔਰ ਇਹ ਵੀ ਲਿਖਤ ਵਿੱਚ ਆਉਂਦਾ ਵੀ ਜਿੱਕਣ ਮੁੱਕਾ ਚੱਕਦੇ ਹੁੰਦੇ ਨਾ ਕਿਸੇ ਪਰ ਨੂੰ, ਐਕਣ ਵੀ ਚੱਕਿਆ ਉਹਨਾਂ ਨੇ। ਗੁਰਸਿੱਖਾਂ ਨੇ ਕਿਹਾ ਵੀ ਸਤਿਗੁਰੂ ਜੀ ਇਹਨੂੰ ਹਟਾ ਦਈਏ, ਉਹ ਕਹਿੰਦੇ ਨਹੀਂ, ਸ਼ਾਂਤੀ ਰੱਖੋ। ਇੰਨਾ ਕੁਛ ਬਲ ਕੋਲ ਹੁੰਦੇ ਹੋਏ ਵੀ ਉਹਨੂੰ ਜਰਨਾ, ਅਜਰ ਵਸਤੂ ਨੂੰ ਜਰ ਲੈਣਾ, ਇਹ ਇੱਕ ਆਮ ਬੰਦਾ ਥੋੜ੍ਹੀ ਕਰ ਲੂਗਾ। ਆਪਾਂ ਕਿਵੇਂ ਕਰ ਲੂੰਗੇ? ਆਪਣੇ ਕੋਲ ਤਾਂ ਬਲ ਵੀ ਨਹੀਂ ਹੈ, ਫਿਰ ਵੀ ਚਾਂਭਲੇ ਫਿਰਦੇ ਆ। ਜੇ ਕਿਤੇ ਬਲ ਆ ਜਾਵੇ ਕੋਲ, ਫਿਰ ਕਿਆ ਕੁਛ ਨਹੀਂ ਕਰਾਂਗੇ। ਫਿਰ ਤਾਂ ਹੋਸ਼ ਭੁੱਲ ਜਾਂਦੀ ਹੈ ਬੰਦੇ ਨੂੰ ਦੁਨੀਆਦਾਰੀ ਦੀ ਬਲ ਵਿੱਚ, ਵੀ ਰੱਬ ਵੀ ਕੋਈ ਚੀਜ਼ ਹੈ, ਉਹਦਾ ਖੌਫ ਹੀ ਨਹੀਂ ਰਹਿੰਦਾ। ਫਿਰ ਇਹ ਜਿਹੜੇ ਰਾਜੇ ਮਹਾਰਾਜਿਆਂ ਨੇ ਇੰਨੇ ਗਦਰ ਮਚਾਏ ਆ, ਇੰਨੀਆਂ ਮਾਰਾਂ ਧਾੜਾਂ ਕਰੀਆਂ, ਮੌਸੋਲਿਨ, ਮਾਓਸੇ ਟੁੰਗ, ਮਸੋਲੀਨੀ, ਹਿਟਲਰ, ਹੋਰ ਕਿੰਨੇ ਕੁਛ, ਇਹ ਸਾਰਿਆਂ ਨੂੰ ਰੱਬ ਦਾ ਖੌਫ ਨਹੀਂ ਥਾ ਬਿਲਕੁਲ ਵੀ। ਤੋ ਰੱਬ ਦਾ ਖੌਫ ਖਾਸ ਕਰਕੇ ਜਦੋਂ ਪਾਵਰ ਕੋਲ ਹੋਵੇ, ਸੱਤਾ ਕੋਲ ਹੋਵੇ, ਉਦੋਂ ਰਹਿ ਜੇ, ਇਹ ਤਾਂ ਬਹੁਤ ਉੱਤਮ ਗੁਣ ਹੈ। ਇਹ ਰਾਜੇ ਜਨਕ ਵਰਗੇ ਕੋਲ ਹੀ ਹੋ ਸਕਦਾ, ਹੋਰ ਕੋਲ ਨਹੀਂ ਹੋ ਸਕਦਾ। ਤੋ ਦੇਖ ਲਓ 6ਵੇਂ ਪਾਤਸ਼ਾਹ ਨੇ ਕੁਛ ਨਹੀਂ ਕਿਹਾ, ਚਲਿਆ ਏ, ਆਪਣੀ ਬੇਇੱਜ਼ਤੀ ਵੀ ਸਹਾਰ ਲਈ ਹੈ। ਇਹੀ ਤਾਂ ਖਾਸਾ ਹੁੰਦਾ ਹੈ ਜਿਹੜਾ ਸੰਤ ਲੋਕ ਹੁੰਦੇ ਆ। ਗੁਰੂ ਰੂਪ ਤਾਂ ਪਹਿਲਾਂ ਕਹਿਣਾ ਹੀ ਕਿਹਾ, ਉਹ ਤਾਂ ਬਹੁਤ ਉੱਚੀ ਸ਼ਖਸੀਅਤ ਹੁੰਦੀ ਹੈ। ਸੰਤ ਵੀ ਇਸ ਗੱਲ ਨੂੰ ਇੱਕ ਨੇ ਜਰ ਲੈਂਦੇ, ਆਪਣੀ ਬੇਇੱਜ਼ਤੀ ਹੁੰਦੀ ਨੂੰ ਵੀ ਜਰ ਜਿਆ ਕਰਦੇ, ਪੀ ਜਾਂਦੇ ਉਹ। ਆਮ ਬੰਦਾ ਕਿੱਥੇ ਜਰ ਲੂਗਾ, ਖਾਸ ਕਰਕੇ ਜਿਹਦੇ ਕੋਲ ਹਥਿਆਰਬੰਦ ਸੈਨਾ ਵੀ ਨਾਲ ਹੋਵੇ।
ਉਹ ਹੇਠਾਂ ਬਹਿ ਜੂ ਜਾ ਕੇ, ਨਹੀਂ ਬੈਠੇਗਾ, ਉਹਨੂੰ ਹੇਠਾਂ ਤਾਰ ਕੇ ਸਿੱਟ ਦੂਗਾ ਜਿਹੜਾ ਮੂਹਰੇ ਬੈਠਾ ਇਸ ਤਰ੍ਹਾਂ। ਤਾਂ ਇਹ ਉਹਨਾਂ ਦੀ ਵਡਿਆਈ ਜਾਂਦੀ ਹੈ, ਉਹਨਾਂ ਦੇ ਹੱਕ ਵੀ ਜਾਂਦੀ ਹੈ ਗੱਲ, ਵੀ ਗੁਰੂ ਸਾਹਿਬ ਸਭ ਕੁਝ ਹੁੰਦੇ, ਸਮਰੱਥ ਹੁੰਦੇ ਹੋਏ ਵੀ ਕਿੰਨੇ ਨਿਮਰ ਸੀਗੇ। ਇਸੀ ਕਰਕੇ ਸਾਧ ਸੰਗਤ ਜੀ, ਉਹ ਜਿਹੜੀ ਗੁਰਮਤਿ ਹੈ ਇਹਨੂੰ ਸਮਝਣਾ ਲਗਭਗ ਮਨੁੱਖ ਦੀ ਬੁੱਧੀ 'ਚ ਨਹੀਂ ਆਉਂਦਾ। ਜੇ ਬੁੱਧੀ 'ਚ ਆ ਜਾਵੇ ਤਾਂ ਸਿੱਖ ਧਰਮ ਸਾਰੀ ਦੁਨੀਆ ਦੇ ਵਿੱਚ ਕੱਦਾ ਫੈਲਿਆ ਵਾ ਹੁੰਦਾ। ਖੁਦ ਸਿੱਖਾਂ ਨੂੰ ਵੀ ਸਮਝ ਨਹੀਂ ਆਉਂਦੀ, ਦੂਜਿਆਂ ਨੂੰ ਕਿਆ ਆਉਣੀ। ਸਗੋਂ ਮਖੌਲ ਕਰਦੇ ਆ ਇਹ ਲੋਕ ਵੀ ਸੀਰੀਆ ਦੇ ਵਿੱਚ ਖਾਨਾ ਜੰਗੀ, ਸਿੱਖਾਂ ਨੂੰ ਕਿਆ ਭੀੜ ਪੈ ਗਈ, ਉੱਥੇ ਲੰਗਰ ਲਾਈ ਬੈਠੇ, ਦਵਾਈਆਂ ਲਈ ਬੈਠੇ। ਇਹਨਾਂ ਨੂੰ ਕਿਆ ਭੀੜ ਪਈ ਵੀ ਨੇਪਾਲ ਦੇ ਹੜ੍ਹ, ਨੇਪਾਲ ਦੇ ਵਿੱਚ ਅਰਥਕੁਏਕ ਆ ਗਿਆ, ਉੱਥੇ ਗਏ, ਸੁਨਾਮੀ ਆ ਗਈ ਉੜੀਸਾ 'ਚ, ਉੱਥੇ ਜਾਂਦੇ। ਰੋਹਿੰਗਿਆ ਮੁਸਲਮਾਨਾਂ ਪਰ ਹਮਲਾ ਹੋਇਆ, ਉਹਨਾਂ ਨਾਲ ਜ਼ਿਆਦਤੀ ਹੋਈ, ਉੱਥੇ ਪਹੁੰਚ ਗਏ। ਸਗੋਂ ਉਲਟਾ ਮਨਾਉਂਦੇ। ਬੁੱਧੀ ਹੈ, ਬੁੱਧੀ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੀ। ਰੂਹਾਨੀਅਤ ਨੂੰ ਬੁੱਧੀ ਜਾਂ ਨੂਰਾਨੀਅਤ ਨੂੰ ਨਹੀਂ ਸਮਝ ਸਕਦੀ। ਇਹ ਬੁੱਧੀ ਦੀ ਪਹੁੰਚ ਤੋਂ ਬਹੁਤ ਉੱਚੀਆਂ ਬਾਤਾਂ ਹੈ। ਇਹੀ ਚੀਜ਼ ਸਾਰੀ ਗੁਰਬਾਣੀ ਦੇ ਵਿੱਚ ਹੈ। ਗੁਰਬਾਣੀ ਇਸੀ ਕਰਕੇ ਸਮਝ ਨਹੀਂ ਆਉਂਦੀ। ਸਾਰੇ ਧਰਮ ਸ਼ਾਸਤਰ ਮੁਬਾਰਕ ਹੈ, ਪਰ ਜੋ ਗੱਲ ਗੁਰਬਾਣੀ 'ਚ ਹੈ, ਤੱਤ ਕੱਢਿਆ ਪਿਆ, ਮੱਖਣ ਕੱਢਿਆ ਪਿਆ, ਉਹ ਤਾਂ ਬਾਕਮਾਲ ਹੈ। ਤਾਂ ਹੀ ਸਾਰੀ ਸ੍ਰਿਸ਼ਟੀ ਦਾ ਗੁਰੂ ਮੰਨਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇਕੱਲੇ ਸਿੱਖਾਂ ਦਾ ਨਹੀਂ ਹੈ। ਸਾਰੇ ਹੀ ਰੱਬ ਦੇ ਨਾਂ ਵਿੱਚ ਆਏ ਹੋਏ ਹੈ। ਕੋਈ ਆਏ ਨਹੀਂ ਹੈ ਵੀ ਇੱਕ ਨਾਂ ਹੈ ਕੋਈ। ਇਹ ਯੂਨੀਵਰਸਲ ਜਿਹੜੀ ਐਕਸੈਪਟੈਂਸ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਕਈ ਲੋਕਾਂ ਨੇ ਹੋਰ ਕਈ ਧਾਰਮਿਕ ਗ੍ਰੰਥਾਂ ਨੂੰ ਕਿਹਾ ਵੀ ਇਹਨਾਂ ਨੂੰ ਦਰਜਾ ਦੇ ਦਿਓ ਵੀ ਯੂਨੀਵਰਸਲ ਹੈ, ਪਰ ਜੋ ਚੀਜ਼ ਅੰਗਰੇਜ਼ ਇਤਿਹਾਸਕਾਰ ਟੋਇਨਬੀ ਨੇ ਦੇਖੀ ਹੈ ਗੁਰੂ ਗ੍ਰੰਥ ਸਾਹਿਬ ਜੀ 'ਚ, ਆਪ ਜੀ ਨਾਲ ਪਹਿਲਾਂ ਸਾਂਝੀ ਵੀ ਕਰੀ ਸੀ ਵੀ ਐਵਰੀ ਰਿਲੀਜੀਅਸ ਬੁੱਕ ਕੰਟੇਨਸ ਟਰੂਥ, ਬਟ ਗੁਰੂ ਗ੍ਰੰਥ ਕੰਟੇਨਸ ਫੁੱਲਨੈਸ ਆਫ ਟਰੂਥ। ਇਹ ਜਿਹੜਾ ਨੂਰਾਨੀਅਤ ਜਿਹਨੂੰ ਡਿਵਿਨਟੀ ਕਿਹਾ ਜਾਂਦਾ ਹੈ, ਇਹ ਚੀਜ਼ ਗੁਰਬਾਣੀ ਦੇ 'ਚ ਬਿੱਦਤ ਹੈ। ਸਾਰੀ ਗੁਰਬਾਣੀ ਭਰੀ ਪਈ ਹੈ, ਭਰਪੂਰ ਹੈ ਡਿਵਿਨਟੀ ਦੇ ਨਾਲ। ਦੁਨਿਆਵੀ ਜੀਵਨ ਦੇ ਵਿੱਚ ਕਿਵੇਂ ਡਿਵਿਨਟੀ ਅਖਤਿਆਰ ਕਰੀ ਜਾਂਦੀ ਹੈ, ਕਿਵੇਂ ਪ੍ਰਾਪਤ ਹੁੰਦੀ ਹੈ, ਇਹ ਸਾਰਾ ਕੁਝ ਵਿੱਚ ਹੈ ਗੁਰਬਾਣੀ ਦੇ। ਗੱਲ ਇਹ ਹੈ ਵੀ ਹੁਣ ਜਿਹਦੇ ਪਰ ਹੁਕਮ ਹੋ ਜੇ ਸਾਨੂੰ, ਜਿਹਨੂੰ ਮਹਾਰਾਜ ਚਾਹੇ ਉਹ ਕੱਢ ਲੈਂਦਾ ਗੁਰਬਾਣੀ ਦੇ ਲੜ ਲਾ ਕੇ ਉਹਨੂੰ। ਦੂਜਿਆਂ ਨੂੰ ਪੜ੍ਹਨ ਤੱਕ ਮਹਿਦੂਦ ਕਰਿਆ ਵੀ ਪੜ੍ਹੀ ਜਾਓ, ਉਹ ਵੀ ਚੰਗਾ ਕਰਮ ਹੈ, ਚਲੋ ਨਾ ਨਾਲੋਂ ਚੰਗਾ ਹੈ, ਪਰ ਪੜ੍ਹੀ ਜਾਓ। ਉਹਨਾਂ ਨੂੰ ਬੁੱਝਣ ਦਿੰਦਾ ਹੀ ਨਹੀਂ। ਬੁੱਝਣਾ ਅਬੁੱਝਣਾ ਤੁਝ ਤੇ ਕੀਆ, ਇਹ ਤਾਂ ਤੇਰਾ ਹੁਕਮ ਹੈ। ਜਿਹਨੂੰ ਤੈਂ ਕੱਢਣਾ ਬਾਹਰ ਕੱਢ ਲਏਗਾ, ਜਿਹਨੂੰ ਰੱਖਣਾ ਹੈ ਇੱਥੇ ਡੁਐਲਿਟੀ ਦੇ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਰੱਖਿਆ ਹੋਇਆ। ਤੇਰਾ ਹੁਕਮ ਹੈ ਮਹਾਰਾਜ, ਬੰਦੇ ਦੇ ਬਸ ਕੁਛ ਨਹੀਂ। ਬੰਦਾ ਤੇਰੇ ਹੱਥਾਂ 'ਚ ਪਾਨ ਹੈ, ਤੇਰੇ ਹੱਥਾਂ ਦਾ ਖਿਡੌਣਾ ਹੈ, ਪਰ ਬੰਦੇ ਨੇ ਆਪਣੀ ਬੁੱਧੀ ਦੇ ਨਾਲ ਪਰਮਾਤਮਾ ਨੂੰ ਖਿਡੌਣਾ ਬਣਾਇਆ ਹੋਇਆ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ, ਕਬੀਰ ਜੀ। ਰੱਬ ਨੂੰ ਖਿਡੌਣਾ ਸਮਝ ਰਹੇ ਹੈ ਆਪਾਂ ਉਹਦੇ ਖਿਡੌਣੇ, ਕਠਪੁਤਲੀਆਂ ਉਹਦੀਆਂ। ਇਹ ਬੁੱਧੀ ਕਰਕੇ ਹੋ ਰਿਹਾ ਸਾਰਾ ਕੁਛ। ਬੁੱਧੀ ਚੰਗੀ ਵੀ ਹੈ, ਬੁੱਧੀ ਮਾਰੂ ਵੀ ਬਹੁਤ ਹੈ। ਜੇ ਬੁੱਧੀ ਨੇ ਚੰਗੀਆਂ ਕਾਢਾਂ ਕੱਢੀਆਂ, ਬੁੱਧੀ ਨੇ ਵਿਕਾਸ ਕਰਿਆ ਮਨੁੱਖਤਾ ਦਾ, ਉਹ ਚੰਗੀ ਗੱਲ ਹੈ, ਪਰ ਇਸੇ ਬੁੱਧੀ ਨੇ ਐਟਮ ਬੰਬ ਵੀ ਬਣਾਇਆ। ਇਸੇ ਬੁੱਧੀ ਨੇ ਦੁਨੀਆ ਦੇ 2 ਬੜੇ ਵਿਸ਼ਵ ਯੁੱਧ ਵੀ ਕਰਾਏ, ਕਰੋੜਾਂ ਜਾਨਾਂ ਗਈਆਂ, ਕਿੰਨਾ ਜਾਨ ਮਾਲ ਦਾ ਨੁਕਸਾਨ ਹੋਇਆ। ਇਹ ਵੀ ਤਾਂ ਬੁੱਧੀ ਉਹ ਕਰਾਉਂਦੀ ਹੈ ਉਹਦੇ ਹੁਕਮ ਵਿੱਚ। ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪ, ਵਿਨਾਸ਼ਕਾਰੀ ਵੀ ਉੱਧਰ ਵੀ ਤੂੰ ਹੀ ਹੈ, ਸ਼ਾਂਤੀ ਦੇ ਵਰਤਾਉਣ ਵਾਲਾ ਵੀ ਤੂੰ ਹੀ। ਤੈਨੂੰ ਨਮਸਕਾਰ ਹੈ, ਤੈਨੂੰ ਨਮਸਕਾਰ ਹੈ, ਤੈਨੂੰ ਨਮਨ ਹੈ, ਤੈਨੂੰ ਪ੍ਰਣਾਮ ਹੈ ਦੁਨੀਆ ਦੇ ਦਾਤਿਆ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।